प्यारे बच्चों, मैंने उम्मीद है कि तुम आज ठीक ठाक हो। बच्चों, आज समर कैंप दूसरे का 5वां दिन है ਤੇ ਅੱਜ ਆਪਾਂ ਬਣਾਵਾਂਗੇ 2 ਡਰਿੰਕਸ। ਗਰਮੀਆਂ ਬਹੁਤ ਵੱਧ ਗਈਆਂ ਹਨ ਤੇ ਸੋਚਿਆ ਕਿ ਕੁਝ ਆਪਾਂ ਨੂੰ ਕੁਝ ਠੰਡਾ ਬਣਾਈਏ। ਆਪਾਂ ਪਹਿਲੀ ਡਰਿੰਕ ਵਾਸਤੇ ਆਪਾਂ ਨੂੰ ਕੀ ਸਮਾਨ ਚਾਹੀਦਾ ਹੈ ਤੇ ਆਪਾਂ ਲੈ ਲਿਆ 1 ਕੌਲੀ ਪੁਦੀਨਾ, ਚੀਨੀ ਤੇ 2 ਨਿੰਬੂ ਦੇ ਰਸ ਮੈਂ ਪਹਿਲੇ ਹੀ ਕੱਢ ਕੇ ਰੱਖ ਲਏ ਸੀ। ਇਹਨਾਂ ਸਾਰਿਆਂ ਨੂੰ ਮੈਂ ਹੁਣ ਮਿਕਸੀ ਦੇ ਜਾਰ ਵਿੱਚ ਪਾਵਾਂਗੀ ਤੇ ਇਹਨੂੰ ਆਪਾਂ ਬੀਟ ਕਰ ਲੈਣਾ। ਉਹ ਦੂਸਰਾ ਤੇ ਇਸ ਵਿੱਚ ਮੈਂ ਪਹਿਲਾਂ 1 ਕੌਲੀ ਹੀ ਪਾਣੀ ਪਾਵਾਂਗੀ। ਇਹਨਾਂ ਬੇਟਾ ਆਪਾਂ ਨੇ ਬਾਉਲ ਪਾ ਕੇ ਛੰਨੀ ਰੱਖ ਕੇ ਇਹਨੂੰ ਆਪਾਂ ਛਾਣ ਲੈਣਾ। ਇਹ ਆਪਣਾ हम नींबू पानी, ਇਹਨੂੰ ਆਪਾਂ इंग्लिश मिंट लेमोनेड ड्रिंक कहते हैं। ये अपना तैयार हो गया है। आप गिलास सर्व करने वास्ते बर्फ के कुछ टुकड़े पावांगे। इस आधा गिलास मैदा ते आधा गिलास मेरे ऊपर ठंडा पानी डाल देंगे। लो बेटा, अपना एक ड्रिंक तैयार हो गया, मिंट लेमोनेड। हम आप दूसरा ड्रिंक दूसरा ड्रिंक तैयार करने जा रहे हैं। मैं इतने इमली का घोल बनाया सी। 1 कौली इमली, 1 कौली शक्कर ते अद्धा पानी लैके इनू मैं चंगी तरह बॉयल करके छान लिया मसल के। ये मेरे को गाढ़ा इमली का घोल तैयार हो गया। हुण आपां इहदा जलजीरा तैयार करांगे। इमली का घोल पाया इहदे च आपां ने स्वाद अनुसार चाट मसाला, काला नमक, जीरा, इन्हें आप चंगी तरह मिक्स कर लेना। हुण आप बेटा इस पावांगे पानी। आप 1.5 गिलास पानी पा देंगे। तुसी अपने स्वाद अनुसार इनू घट वध बना सकते हो। मैं तो उन्हीं क्वांटिटी के अकॉर्डिंग बना के दस्या। हुण आपां इहनूं ग्लास च सर्व करांगे। अपना तैयार हो गया। इह आपां बर्फ के क्यूब्स ते उस विच आपां इहनूं
तो बेटा अपना ये जलजीरा तैयार हो गया। अपने को अज 2 दिन तैयार होए, एक मिंट लेमोनेड ते एक जलजीरा। इनू आपां डेकोरेशन वास्ते सजा भी सकते हैं। नींबू ते इस ऊपर हो सकती हैं पुदीना के। ਰਿਸਪੈਕਟਿਵ ਪ੍ਰਿੰਸੀਪਲ ਸਰ, ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਤੇ ਪਿਆਰੇ ਬੱਚਿਓ, ਅੱਜ ਅਸੀਂ ਸਮਰ ਕੈਂਪ ਦੇ ਵਿੱਚ ਕੋਵਿਡ-19 ਨੋਵਲ ਕੋਵਿਡ-19 ਬਾਰੇ ਗੱਲ ਕਰਾਂਗੇ। ਸਾਡਾ ਸਭ ਤੋਂ ਪਹਿਲਾਂ ਜਿਹੜਾ ਟੌਪਿਕ ਹੈ ਉਹ ਇਹ ਹੈ ਕਿ ਇਹ ਵਾਇਰਸ, ਜਿਹਨੂੰ ਅਸੀਂ ਕਰੋਨਾ ਵਾਇਰਸ ਕਹਿੰਦੇ ਆ, ਇਹ ਕਿੱਥੋਂ ਆਇਆ, ਕਿਹੜੀ ਜਗ੍ਹਾ ਤੋਂ ਆਇਆ ਤੇ ਇਹਦੇ ਮੋਡਸ ਆਫ ਟਰਾਂਸਮਿਸ਼ਨ ਕਿੱਦਾਂ ਇਹ ਟਰਾਂਸਮਿਟ ਹੁੰਦਾ ਹੈ ਤੇ ਕੀ ਇਹਦੇ ਬਚਾਅ ਨੇ, ਕਿੱਦਾਂ ਅਸੀਂ ਇਸ ਤੋਂ ਬਚ ਸਕਦੇ ਹਾਂ ਤੇ ਸਾਡੀ ਬਾਡੀ 'ਚ ਜਾ ਕੇ ਕਿੱਦਾਂ ਸਾਨੂੰ ਪ੍ਰਭਾਵਿਤ ਕਰਦਾ ਹੈ। ਤਾਂ ਉਹ ਸਾਰੇ ਟੌਪਿਕ ਜਿਹੜੀਆਂ ਸਾਰੀਆਂ ਗੱਲਾਂ ਨੇ ਅਸੀਂ ਇਸ ਵੀਡੀਓ ਰਾਹੀਂ ਕਰਾਂਗੇ। ਤਾਂ ਸਭ ਤੋਂ ਪਹਿਲਾਂ ਤਾਂ ਓਰੀਜਨ ਆਫ ਦਿਸ ਵਾਇਰਸ, ਇਹ ਵਾਇਰਸ ਕਿੱਥੋਂ ਆਇਆ। ਤਾਂ ਬੱਚਿਓ, ਜੇ ਆਪਾਂ ਅੱਜ ਤੋਂ 5 ਮਹੀਨੇ ਪਿੱਛੇ ਚਲੇ ਜਾਈਏ, ਭਾਵ ਦਸੰਬਰ 2019, ਤਾਂ ਦਸੰਬਰ 2019 ਚਾਈਨਾ ਦਾ ਇੱਕ ਪ੍ਰਾਂਤ ਹੈ ਹੁਬਈ। ਉਸ ਪ੍ਰਾਂਤ ਦਾ ਇੱਕ ਸ਼ਹਿਰ ਹੈ ਵੁਹਾਨ। ਬਹੁਤ ਕਹਿਣ ਦਾ ਮਤਲਬ ਉਸ ਸ਼ਹਿਰ ਦੀ ਚਾਈਨਾ ਦੀ ਇਕੋਨਮੀ ਦੇ ਵਿੱਚ ਲਾ ਲਓ ਬਹੁਤ ਵੱਡੀ ਮਹੱਤਤਾ ਹੈ। ਚਾਈਨਾ ਦਾ ਜਿੰਨਾ ਜ਼ਿਆਦਾ ਟਰੇਡ ਹੈ, ਜਿੰਨੀ ਉਹਦੀਆਂ ਮਲਟੀਨੈਸ਼ਨਲ ਕੰਪਨੀਜ਼ ਨੇ, ਉਹਨਾਂ ਸਾਰੀਆਂ ਦੇ ਦਫ਼ਤਰ, ਸਾਰਿਆਂ ਦੀ ਮੈਨੂਫੈਕਚਰਿੰਗ ਯੂਨਿਟਸ ਵੁਹਾਨ 'ਚ ਨੇ। ਤਾਂ ਵੁਹਾਨ ਇੱਕ ਬਹੁਤ ਵੱਡਾ ਸ਼ਹਿਰ ਵੀ ਹੈ। ਹੁਬਈ ਪ੍ਰਾਂਤ ਦੇ ਵੱਡੇ ਸ਼ਹਿਰਾਂ ਦੇ ਵਿੱਚੋਂ ਵੁਹਾਨ ਦਾ ਨਾਮ ਆਉਂਦਾ। ਤਾਂ 1 ਦਸੰਬਰ 2019 ਦੇ ਵਿੱਚ ਉੱਥੇ ਕੇਸਿਸ ਰਿਪੋਰਟ ਹੋਣ ਲੱਗੇ ਅਤੇ ਉਹਨਾਂ ਕੇਸਿਸ ਦੇ ਵਿੱਚ ਜਿਹੜੇ ਸਿੰਪਟਮਸ ਸੀ ਉਹ ਇਹ ਸੀ ਵੀ ਉਹਨਾਂ ਦਾ ਇਨਫੈਕਸ਼ਨ ਇਨ ਥਰੋਟ, ਅਤੇ ਉਹਨਾਂ ਨੂੰ ਜਿੱਦਾਂ ਲਾ ਲਓ ਕੋਲਡ ਹੁੰਦਾ ਸੀ, ਮਾਈਲਡ ਫੀਵਰ ਹੁੰਦਾ ਸੀ, ਕਫ ਹੁੰਦੀ ਸੀ, ਹੈਡੇਕ ਹੁੰਦਾ ਸੀ। ਤਾਂ ਇੱਦਾਂ ਦੇ ਜਿਹੜੇ ਉੱਥੇ ਕੇਸਿਸ ਰਿਪੋਰਟ ਹੋਣ ਲੱਗੇ ਦਸੰਬਰ ਦੇ ਮੁੱਢਲੇ ਦਿਨਾਂ 'ਚ। ਤਾਂ ਉੱਥੇ ਡਾਕਟਰ ਲੀ ਨਾਮ ਦੇ ਇੱਕ ਰਿਸਰਚਰ ਵੀ ਸੀ ਅਤੇ ਉਹ ਪ੍ਰੈਕਟਿਸ ਵੀ ਕਰਦੇ ਸੀ ਐਜ਼ ਅ ਡਾਕਟਰ। ਤਾਂ ਉਹਨਾਂ ਨੇ ਜਿਹੜੇ ਕੇਸ ਨੇ ਦੇਖੇ, ਇਹਨਾਂ ਦੇ ਉੱਪਰ ਉਹਨਾਂ ਨੇ ਜਾਣੀ ਕਿ ਕਾਫੀ ਡੂੰਘਾਈ ਦੇ ਵਿੱਚ ਇਹਨਾਂ ਚੀਜ਼ਾਂ ਦਾ, ਇਹ ਪੇਸ਼ੈਂਟਸ ਦਾ ਅਧਿਐਨ ਕੀਤਾ ਉਹਨਾਂ ਨੇ। ਤਾਂ ਉਹਨਾਂ ਨੇ ਜਦੋਂ ਟੈਸਟ ਵਗੈਰਾ ਕਰਵਾਏ ਤਾਂ ਦੇਖਿਆ ਕਿ ਇਹ ਜਿਹੜੇ ਪੇਸ਼ੈਂਟਸ ਨੇ ਇਹ ਕਿਸੇ ਵਾਇਰਸ ਨਾਲ ਇਫੈਕਟਡ ਸੀ, ਭਾਵ ਉਹ ਬਿਮਾਰ ਸੀ ਕਿਉਂ ਕਰਕੇ ਉਹਨਾਂ ਦੇ ਅੰਦਰ ਕਿਸੇ ਵਾਇਰਸ ਦੀ ਇਨਫੈਕਸ਼ਨ ਸੀ। ਤਾਂ ਉਹਨਾਂ ਨੇ ਉਹ ਵਾਇਰਸ ਦੇ ਉੱਪਰ ਕੰਮ ਕਰਨਾ ਸਟਾਰਟ ਕੀਤਾ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਉਹ ਜਿਹੜਾ ਵਾਇਰਸ ਆ ਉਹ ਸਾਰਸ ਵਾਇਰਸ ਦੀ ਤਰ੍ਹਾਂ ਲੱਗਿਆ। ਤਾਂ ਉਹਨਾਂ ਨੇ ਆਪਣੇ ਕੋਲੀਗਸ ਨੂੰ ਕਿਹਾ ਵੀ ਸਾਰਸ ਨੇ ਦੁਬਾਰਾ ਦਸਤਕ ਦੇ ਦਿੱਤੀ। ਜਿਹੜਾ ਸਾਰਸ ਮਹਾਮਾਰੀ ਹੋਈ ਸੀ ਉਹ 2003 ਦੇ ਵਿੱਚ ਹੋਈ ਸੀ ਅਤੇ ਪੂਰੇ ਵਿਸ਼ਵ ਦੇ ਵਿੱਚ ਇਹਨੇ ਬਹੁਤ ਨੁਕਸਾਨ, ਜਾਨੀ ਮਾਲੀ ਨੁਕਸਾਨ ਬਹੁਤ ਹੋਇਆ ਸੀ। ਇੱਕੋਦਮ ਜ਼ਿੰਦਗੀ ਰੁਕ ਗਈ ਸੀ ਅਤੇ ਬਹੁਤ ਜ਼ਿਆਦਾ ਜਿਹੜੇ ਲੋਕ ਸੀ ਪ੍ਰਭਾਵਿਤ ਹੋਏ ਸੀ ਅਤੇ ਬਹੁਤ ਡੈਥ ਹੋਈਆਂ ਸੀ। ਤਾਂ ਉਹਨਾਂ ਦਾ ਜਿਹੜਾ ਚੇਤਾ ਉਹਨਾਂ ਨੂੰ ਉਸ ਚੀਜ਼ ਦਾ ਆਇਆ, ਸਾਰਸ ਦਾ ਆਇਆ ਵੀ ਹਾਂ ਸ਼ਾਇਦ ਸਾਰਸ ਵਾਪਸ ਆ ਗਿਆ। ਅਤੇ ਇਸ ਚੀਜ਼ ਨੂੰ ਲੈ ਕੇ ਉਹ ਪਬਲਿਕ ਦੇ ਵਿੱਚ ਵੀ ਗਏ ਡਾਕਟਰ ਲਈ, ਬਟ ਉੱਥੇ ਦੀਆਂ ਲੋਕਲ ਜਿਹੜੀਆਂ ਚਾਈਨੀਜ਼ ਅਥਾਰਟੀ ਸੀ ਵੁਹਾਨ ਦੀ, ਤਾਂ ਉਹਨਾਂ ਨੇ ਡਾਕਟਰ ਲੀ ਨੂੰ ਇਸ ਚੀਜ਼ ਤੋਂ ਵਰਜਿਆ ਵੀ ਤੁਸੀਂ ਬਿਲਕੁਲ ਵੀ ਜਿਹੜੀ ਪਬਲਿਕ ਦੇ ਵਿੱਚ ਇਹ ਗੱਲ ਨਹੀਂ ਕਰਨੀ ਹੈਗੀ ਵੀ ਕਿਸੇ ਤਰ੍ਹਾਂ ਦੀ ਕੋਈ ਮਹਾਮਾਰੀ ਹੈ ਜਿਹੜੀ ਉਹ ਆਪਦੇ ਪੈਰ ਪਸਾਰ ਰਹੀ ਹੈ। ਅਤੇ ਬਾਕਾਇਦਾ ਡਾਕਟਰ ਲੀ ਤੋਂ ਇੱਕ ਕਾਗਜ਼ ਦੇ ਉੱਪਰ ਸਿਗਨੇਚਰ ਵੀ ਲੈ ਗਏ, ਉਹਨਾਂ ਤੋਂ ਮਾफ़ੀ ਵੀ ਮੰਗਵਾਈ ਗਈ ਅਤੇ ਉਹਨਾਂ ਨੂੰ ਇਸ ਗੱਲ ਕਹਿਣ 'ਤੇ ਵੀ ਮਜਬੂਰ ਕੀਤਾ ਗਿਆ ਕਿ ਜੋ ਮੈਂ ਰਿਸਰਚ ਕੀਤੀ ਹੈ ਵੀ ਜਾਂ ਜੋ ਮੈਂ ਇਹਨਾਂ ਦੇ ਪੇਸ਼ੈਂਟਸ ਦੇ ਹੈ ਨਾ ਵੀ ਜੋ ਵੀ ਉਹਨਾਂ ਨੇ ਆਊਟਕਮ ਕੱਢਿਆ ਵੀ ਉਹ ਇੱਕ ਰਿਊਮਰ ਹੈ।
ਬਟ ਡਾਕਟਰ ਲੀ ਨੂੰ ਇਸ ਚੀਜ਼ ਦੀ ਭਣਕ ਲੱਗ ਚੁੱਕੀ ਸੀ ਕਿ ਵੀ ਜਿਹੜਾ ਇਹ ਵਾਇਰਸ ਹੈ ਇਹ ਜੇ ਇਹਨੂੰ ਨਾ ਸਾਂਭਿਆ ਗਿਆ ਟਾਈਮ ਨਾਲ ਤਾਂ ਇਹ ਬਹੁਤ ਨੁਕਸਾਨ ਕਰੂਗਾ। ਫਿਰ ਹੁਣ ਕਿਉਂ ਕਰਕੇ ਜਿਹੜਾ ਸਾਰਸ ਸੀ ਕਿਤੇ ਨਾ ਕਿਤੇ ਉਹਦਾ ਜਿਹੜਾ ਓਰੀਜਨ ਸੀ ਉਹ ਚਮਗਿੱਦੜਾਂ ਤੋਂ ਮੰਨਿਆ ਜਾਂਦਾ ਸੀ। ਚਮਗਿੱਦੜਾਂ ਦੇ ਵਿੱਚ ਸਾਰਸ ਵਾਇਰਸ MERS ਇੱਕ ਸਾਰਸ ਵਾਇਰਸ ਸੀ। ਉਸ ਤੋਂ ਬਾਅਦ 2012 ਦੇ ਵਿੱਚ ਮਰਸ MERS ਉਹ ਵੀ ਕਰੋਨਾ ਵਾਇਰਸ ਸੀ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿਹੜਾ ਕਰੋਨਾ ਹੈ ਇਹ ਕੋਈ ਇੱਕ ਪਾਰਟੀਕੂਲਰ ਵਾਇਰਸ ਨਹੀਂ ਹੈਗਾ, ਇਟ ਇਜ਼ ਗਰੁੱਪ ਆਫ ਵਾਇਰਸ। ਇਹ ਗਰੁੱਪ ਹੈ ਪੂਰਾ ਵਾਇਰਸਿਸ ਦਾ, ਅਤੇ ਇਹਨਾਂ ਦੇ ਵਿੱਚੋਂ ਕਈ ਵਾਇਰਸ ਨੇ ਜਿਹੜੇ ਉਹ ਬਿਲਕੁਲ ਵੀ ਜਿਹੜੇ ਆਪਾਂ ਕਹਿ ਸਕਦੇ ਖਤਰਨਾਕ ਨਹੀਂ ਹੈਗੇ, ਕੁਛ ਕੁ ਨੇ ਜਿਹੜੇ ਖਤਰਨਾਕ ਨੇ। ਤਾਂ ਇੱਦਾਂ ਜਿਹੜਾ ਸਾਰਸ ਵਾਇਰਸ ਸੀ ਰੈਸਪੀਰੇਟਰੀ ਪ੍ਰੋਬਲਮ ਆਈ ਉਹਦੇ 'ਚ ਵੀ, ਮਰਸ ਦੇ ਵਿੱਚ ਵੀ ਪ੍ਰੋਬਲਮ ਆਈ, ਤਾਂ ਇਹ ਵੀ ਸਾਰਸ ਦੇ ਕੈਟਾਗਰੀ, ਇਹ ਸਾਰੇ ਕਰੋਨਾ ਦੀ ਕੈਟਾਗਰੀ ਦੇ ਸੀ। ਅਤੇ ਜਿਹੜਾ ਜਿਹੜੀ ਰਿਪੋਰਟਿੰਗ ਡਾਕਟਰ ਲੀ ਨੇ ਕੀਤੀ ਉਹ ਵੀ ਕਰੋਨਾ ਦੀ ਕੈਟਾਗਰੀ ਦਾ ਸੀ, ਉਹ ਵੀ ਕਰੋਨਾ ਵਾਇਰਸ ਸੀ। ਬਟ ਜਦੋਂ ਉਹਨਾਂ ਨੇ ਪੁਰਾਣੇ ਰਿਕਾਰਡ ਨੂੰ ਚੱਕ ਕੇ ਉਹਨਾਂ ਦੋਨਾਂ ਨੇ ਕੰਪੇਅਰ ਕੀਤਾ ਸਾਰਸ ਵਾਇਰਸ ਅਤੇ ਇਹ ਨਵੇਂ ਵਾਇਰਸ ਨੂੰ ਜਿਹੜਾ ਲੋਕਾਂ 'ਚ ਰਿਪੋਰਟ ਕੀਤਾ ਗਿਆ, ਤਾਂ ਉਹਨਾਂ ਨੇ ਦੇਖਿਆ ਕਿ ਇਹ ਜਿਹੜਾ ਵਾਇਰਸ ਹੈ ਇਹ ਬਿਲਕੁਲ ਨਵਾਂ ਵਾਇਰਸ ਹੈ, ਇਹ ਸਾਰਸ ਵਾਇਰਸ ਨਹੀਂ ਹੈਗਾ। ਤਾਂ ਇੱਥੋਂ ਉਹਨਾਂ ਨੇ ਇਸ ਚੀਜ਼ ਨੂੰ ਲੋਕਾਂ ਅੱਗੇ ਲਿਆਂਦਾ, ਅਥਾਰਟੀ ਅੱਗੇ ਲਿਆਂਦਾ ਵੀ ਦਿਸ ਇਜ਼ ਨਾਟ ਸਾਰਸ, ਇਹ ਕੋਈ ਨਵਾਂ ਵਾਇਰਸ ਹੈ ਜਿਹਦੇ ਲੱਛਣ ਜਿਹੜੇ ਹੈਗੇ ਨੇ ਉਹ ਬਹੁਤ ਸਧਾਰਨ ਜਿਹੇ ਲੱਛਣ ਆਉਂਦੇ ਨੇ, ਜਿਵੇਂ ਬਿਮਾਰ ਬੰਦਾ ਹੋ ਜਾਂਦਾ ਹੈ, ਉਹਦਾ ਸਿਰ ਦੁਖਣਾ ਆ ਜਾਂਦਾ ਹੈ ਨਾ, ਉਹਨੂੰ ਜ਼ੁਕਾਮ ਹੋ ਜਾਂਦਾ ਹੈ, ਉਹਦਾ ਗਲ 'ਚ ਦਰਦ ਹੁੰਦਾ ਹੈ, ਸਾਹ ਲੈਣ 'ਚ ਤਕਲੀਫ ਹੁੰਦੀ ਹੈ। ਤਾਂ ਕਿਤੇ ਨਾ ਕਿਤੇ ਡਾਕਟਰ ਲੀ ਨੇ ਇਹ ਗੱਲ ਕਹੀ ਵੀ ਇਹ ਫੇਫੜਿਆਂ ਨੂੰ ਹੀ ਇਫੈਕਟ ਕਰਦਾ ਹੈ, ਇਹਦੇ ਵਿੱਚ ਨਮੂਨੀਆ ਵੀ ਹੁੰਦਾ ਹੈ, ਇਹ ਨਮੂਨੀਆ ਕਰਦਾ ਬੰਦੇ ਨੂੰ। ਬਟ ਕੌਜ਼ ਕੀ ਹੈ ਇਸ ਵਾਇਰਸ ਦਾ ਉਹ ਟਾਈਮ ਤੱਕ ਅਨਨੋਨ ਸੀ, ਨਹੀਂ ਸੀ ਪਤਾ ਲੱਗ ਰਿਹਾ। ਤਾਂ ਲਗਭਗ ਕੁਛ ਹੀ ਦਿਨਾਂ ਦੇ ਵਿੱਚ ਜਿਹੜੇ ਕੇਸਿਸ ਸੀ ਉਹ ਇੰਨੇ ਵਧੇ ਕਿ ਉਹ ਕੁਛ ਹੀ ਦਿਨ ਦੇ ਵਿੱਚ 40-45 ਕੇਸ ਹੋ ਗਏ। ਤਾਂ ਫਿਰ ਹੁਣ ਨੋ ਡਾਊਟ ਉੱਥੇ ਦੀ ਜਿਹੜੀ ਮੈਡੀਕਲ ਅਥਾਰਟੀਜ਼ ਸੀ ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੂੰ ਵੀ ਭਣਕ ਹੋ ਗਈ ਕਿ ਇਹ ਕੇਸਾਂ ਦਾ ਵਧਣਾ ਅਤੇ ਸੇਮ ਸਿੰਪਟਮਸ ਲੈ ਕੇ ਆਉਣੇ, ਵੀ ਇਹ ਨੋ ਡਾਊਟ ਵੀ ਕੋਈ ਵੱਡੀ ਅਸੀਂ ਮੁਸੀਬਤ 'ਚ ਆ ਗਏ ਹਾਂ। ਤਾਂ ਉਹਨਾਂ ਨੇ ਕੀ ਕੀਤਾ, ਉਹ ਪੇਸ਼ੈਂਟਸ ਨੂੰ ਚੰਗੀ ਤਰ੍ਹਾਂ ਇਨਵੈਸਟੀਗੇਟ ਕੀਤਾ, ਕੀ ਖਾਂਦੇ ਸੀ, ਕੀ ਉਹਨਾਂ ਦਾ ਲਾਈਫ ਸਟਾਈਲ ਸੀ। ਤਾਂ ਇੱਕ ਚੀਜ਼ ਕਾਮਨ ਆਈ ਕਿ ਜਿਹੜੇ ਪੇਸ਼ੈਂਟ ਸੀ ਉਹ ਸੀ ਫੂਡ ਨੂੰ ਕੰਜ਼ਿਊਮ ਕਰਦੇ ਸੀ, ਅਤੇ ਉਹ ਜਿਹੜਾ ਸੀ ਫੂਡ ਆਉਂਦਾ ਸੀ ਉਹ ਲੋਕਲ ਵੁਹਾਨ ਦੀ ਸੀ ਫੂਡ ਮਾਰਕੀਟ ਤੋਂ ਆਉਂਦਾ ਸੀ। ਤਾਂ ਸਭ ਤੋਂ ਪਹਿਲੀ ਗੱਲ ਜਿਹੜੀ ਕੀਤੀ ਗਈ ਉਹ ਇਹੀ ਗੱਲ ਉਹਨਾਂ ਦੇ ਦਿਮਾਗ 'ਚ ਆਈ ਕਿ ਇਹ ਜਿਹੜੇ ਲੋਕ ਜਿੰਨੇ ਵੀ ਜਿਨ੍ਹਾਂ ਨੂੰ ਇਨਫੈਕਸ਼ਨ ਹੋਈ ਹੈ, ਜਿਹੜੇ ਇਫੈਕਟ ਹੋਏ ਨੇ, ਕਿਤੇ ਨਾ ਕਿਤੇ ਇਸ ਚੀਜ਼ ਦਾ ਲਿੰਕ ਉਹ ਵੁਹਾਨ ਦੀ ਸੀ ਫੂਡ ਮਾਰਕੀਟ ਦੇ ਨਾਲ ਹੈ। ਤਾਂ ਅਥਾਰਟੀਜ਼ ਨੇ ਕੀ ਕੀਤਾ, ਉਹਨਾਂ ਨੇ ਸਭ ਤੋਂ ਪਹਿਲਾਂ 5 ਜਨਵਰੀ ਨੂੰ ਉਸ ਵੁਹਾਨ ਸੀ ਫੂਡ ਮਾਰਕੀਟ ਨੂੰ ਬੰਦ ਕਰਾਤਾ। ਉਹ ਇਕੱਲੀ ਸੀ ਫੂਡ ਮਾਰਕੀਟ ਨਹੀਂ ਸੀ, ਇਕੱਲਾ ਸੀ ਫੂਡ ਨਹੀਂ ਸੀ ਆਉਂਦਾ ਉੱਥੇ ਹਰ ਤਰ੍ਹਾਂ ਦਾ ਜਾਨਵਰ ਸੀ ਜਿਹੜਾ ਉਹ ਕਹਿਣ ਦਾ ਮਤਲਬ ਕਿ ਵਿਕਦਾ ਸੀ, ਉਹ ਖਾਧਾ ਜਾਂਦਾ ਸੀ, ਭਾਵੇਂ ਉਹ ਕੁੱਤਾ ਹੈ, ਭਾਵੇਂ ਉਹ ਸੱਪ ਹੈ, ਈਵਨ ਕਿ ਕਰੋਕੋਡਾਈਲ ਹੋ ਗਿਆ, ਚਮਗਿੱਦੜਾਂ ਹੋ ਗਈਆਂ, ਇਹ ਸਾਰੀ ਚੀਜ਼ ਸੀ ਜਿਹੜੀ ਉਸ ਮਾਰਕੀਟ ਦੇ ਵਿੱਚ ਵਿਕਦੀ ਸੀ ਅਤੇ ਲੋਕ ਖਰੀਦਦੇ ਸੀ ਅਤੇ ਕੰਜ਼ਿਊਮ ਕਰਦੇ ਸੀ। ਤਾਂ ਉਹਨਾਂ ਨੇ ਤਾਂ ਉੱਥੋਂ ਇੱਕ ਧਾਰਨਾ ਬਣ ਗਈ ਕਿ ਹਾਂਜੀ ਇਹ ਜਾਨਵਰਾਂ ਦੇ ਵਿੱਚੋਂ ਇਹ ਵਾਇਰਸ ਜਿਹੜਾ ਬੰਦਿਆਂ 'ਚ ਆਇਆ, ਜਿਹੜੇ ਇਫੈਕਟਡ ਬੰਦੇ ਸੀ ਉਹਨਾਂ 'ਚ ਇਹ ਵਾਇਰਸ ਜਾਨਵਰਾਂ ਤੋਂ ਆਇਆ। ਹੁਣ ਕਿਸ ਜਾਨਵਰ ਤੋਂ ਆਇਆ? ਤਾਂ ਉਹਨਾਂ ਨੇ ਦੇਖਿਆ ਵੀ ਕਿਉਂ ਕਰਕੇ ਇਹਦੇ ਲੱਛਣ ਸਾਰਸ ਨਾਲ ਮਿਲਦੇ ਨੇ, ਇਹ ਕਰੋਨਾ ਹੈ, ਤਾਂ ਵੀ ਇਹ ਚਮਗਿੱਦੜ ਤੋਂ ਆਇਆ, ਕਿਉਂ ਕਰਕੇ ਲੋਕ ਚਮਗਿੱਦੜ ਦਾ ਵੀ ਸੇਵਨ ਕਰਦੇ ਸੀ, ਉੱਥੇ ਉਹਦਾ ਸੂਪ ਪੀਂਦੇ ਸੀ, ਖਾਂਦੇ ਸੀ, ਅਤੇ ਤਾਂ ਇਹ ਇੱਕ ਰਿਜ਼ਲਟ ਹੋਰ ਕੱਢ ਕੇ ਆ ਗਿਆ। ਇਹ ਸਿਰਫ ਅਜ਼ੰਪਸ਼ਨਸ 'ਤੇ ਚੱਲ ਰਹੀਆਂ ਸੀ ਸਾਰੀਆਂ ਗੱਲਾਂ ਵੀ ਇਹ ਜਿਹੜਾ ਵਾਇਰਸ ਹੈ ਇਹ ਜੈਨੇਟਿਕ ਵਾਇਰਸ ਹੈ। ਜੈਨੇਟਿਕ ਵਾਇਰਸ ਉਹ ਹੁੰਦੇ ਨੇ ਜਿਹੜੇ ਕਿਸੇ ਵੀ ਜਾਨਵਰ ਤੋਂ ਪਸ਼ੂ ਪੰਛੀ ਤੋਂ ਇਨਸਾਨ ਦੇ ਵਿੱਚ ਆਉਂਦੇ ਨੇ, ਦੈਟ ਆਰ ਕਾਲਡ ਜੈਨੇਟਿਕ ਵਾਇਰਸਿਸ। ਤਾਂ ਉਹ ਕਹਿੰਦੇ ਜੈਨੇਟਿਕ ਵਾਇਰਸ ਹੈ ਅਤੇ ਕਰੋਨਾ ਵਾਇਰਸ ਇਹ ਚਮਗਿੱਦੜ ਤੋਂ ਆਇਆ, ਬੈਟ ਤੋਂ ਆਇਆ। ਤਾਂ ਫਿਰ ਜਦੋਂ ਸਾਰੇ ਪੇਸ਼ੈਂਟਸ ਦੀ ਡਿਟੇਲ ਲਈ ਜਾ ਰਹੀ ਸੀ ਤਾਂ ਉਹਨਾਂ ਨੇ ਕੀ ਦੇਖਿਆ ਵੀ ਅਗਰ ਟੋਟਲ 45 ਪੇਸ਼ੈਂਟ ਸੀ, 45 ਪੇਸ਼ੈਂਟਸ ਦੇ ਵਿੱਚੋਂ 16 ਪੇਸ਼ੈਂਟ ਇਹੋ ਜਿਹੇ ਸੀ ਜਿਨ੍ਹਾਂ ਨੇ ਕਦੇ ਉਹ ਸੀ ਫੂਡ ਮਾਰਕੀਟ ਵਿਜ਼ਿਟ ਹੀ ਨਹੀਂ ਸੀ ਕੀਤੀ। ਹੁਣ ਫਿਰ ਇਹ ਗੱਲ ਸਾਹਮਣੇ ਆ ਗਈ ਵੀ ਚਲੋ ਮੰਨਿਆ ਵੀ ਜਿਹੜੇ 16 ਬੰਦੇ ਨੇ ਉਹਨਾਂ ਨੇ ਤਾਂ ਵਿਜ਼ਿਟ ਨਹੀਂ ਕੀਤੀ, ਬਾਕੀਆਂ ਨੇ ਵਿਜ਼ਿਟ ਕੀਤੀ, ਤਾਂ ਉੱਥੇ ਉਹਨਾਂ ਨੇ ਚਮਗਿੱਦੜ ਜਾਂ ਕੋਈ ਹੋਰ ਜਾਨਵਰ ਖਾ ਲਿਆ ਹੋਣਾ, ਤਾਂ ਵਾਇਰਸ ਉਹਦੇ ਵਿੱਚ ਐਂਟਰ ਕਰ ਗਿਆ ਉਹਨਾਂ 'ਚ।
ਪਰ ਇਹ ਜਿਹੜੇ 16 ਲੋਕ ਨੇ ਇਹਨਾਂ ਨੇ ਤਾਂ ਸੀ ਫੂਡ ਮਾਰਕੀਟ ਵਿਜ਼ਿਟ ਹੀ ਨਹੀਂ ਕੀਤੀ, ਇਹਨਾਂ ਨੂੰ ਕਿਵੇਂ ਇਨਫੈਕਸ਼ਨ ਹੋ ਗਈ? ਤਾਂ ਚਾਈਨਾ ਹੁਣ ਤੱਕ ਇਸ ਗੱਲ ਦੇ ਉੱਤੇ ਸੀ ਕਿ ਇਹ ਜਿਹੜਾ ਵਾਇਰਸ ਹੈ ਤਾਂ ਰਿਪੋਰਟਿੰਗ ਜਾਂਦੀ ਸੀ WHO ਨੂੰ, ਹੋਰ ਕੰਟਰੀਜ਼ ਨੂੰ ਰਿਪੋਰਟਿੰਗ ਜਾਂਦੀ ਸੀ, ਕਿਉਂ ਕਰਕੇ ਸਾਰੇ ਵਿਸ਼ਵ ਦੀ ਨਿਗਾਹ ਚਾਈਨਾ 'ਤੇ ਸੀ। ਚਾਈਨਾ ਦੇ ਵਿੱਚ ਪਹਿਲਾਂ ਵੀ ਵਾਇਰਸਿਸ ਉੱਥੋਂ ਸਟਾਰਟ ਹੋ ਕੇ ਉਹਨਾਂ ਦੀ ਮਹਾਮਾਰੀ ਪੂਰੇ ਵਿਸ਼ਵ 'ਚ ਫੈਲੀ ਸੀ। ਤਾਂ ਜਦ ਇਹ ਚੀਜ਼ ਅਨਯੂਜੂਅਲ, ਤੁਹਾਨੂੰ ਪਤਾ ਹੀ ਹੈ ਵੀ ਇੱਕ ਅਲੱਗ ਜਿਹੀ ਚੀਜ਼ ਉੱਥੇ ਦੇਖੀ ਗਈ, ਤਾਂ ਉਹ ਸਾਰੇ ਵਿਸ਼ਵ ਦੇ ਜਿਹੜੇ ਵੱਡੇ ਦੇ ਡਿਵੈਲਪਡ ਕੰਟਰੀਜ਼ ਸੀ ਉਹ ਚਾਈਨਾ ਵੱਲ ਦੇਖ ਰਹੇ ਸੀ। ਤਾਂ ਚਾਈਨਾ ਨੇ ਉਹਨਾਂ ਨੂੰ ਕਿਹਾ ਵੀ ਇਹ ਕੋਈ ਡਰਨ ਦੀ ਗੱਲ ਨਹੀਂ ਹੈਗੀ, ਵੀ ਇਹ ਸਾਡੇ ਲੋਕਲ ਇੱਥੇ ਇਨਫੈਕਸ਼ਨ ਹੋਈ ਹੈ, ਸਾਡੇ ਲੋਕਾਂ ਨੇ ਸੀ ਫੂਡ ਮਾਰਕੀਟ ਤੋਂ ਉਹ ਸੇਵਨ ਕੀਤਾ, ਚਮਗਿੱਦੜਾਂ ਦਾ, ਹੋਰ ਪਸ਼ੂ ਪੰਛੀਆਂ ਦਾ ਸੇਵਨ ਕੀਤਾ, ਜਿਹਦੇ ਕਰਕੇ ਉਹ ਵਾਇਰਸ ਉਹਨਾਂ 'ਚ ਆ ਗਿਆ ਅਤੇ ਉਹ ਬਿਮਾਰ ਹੋ ਗਏ। ਬਟ ਬਾਅਦ ਵਿੱਚ ਉਹ ਜਿਹੜੇ ਉਹ 16 ਲੋਕ ਸੀ ਉਹਨਾਂ ਨੇ ਤਾਂ ਸੇਵਨ ਹੀ ਨਹੀਂ ਸੀ ਕੀਤਾ, ਉਹ ਕਿਉਂ ਬਿਮਾਰ ਹੋਏ? ਤਾਂ ਚਾਈਨਾ ਨੇ ਇਸ ਚੀਜ਼ ਨੂੰ ਹਾਈਡ ਕੀਤਾ। ਚਾਈਨਾ ਨੇ ਪੂਰੇ ਵਿਸ਼ਵ ਤੋਂ, WHO ਤੋਂ ਇਸ ਚੀਜ਼ ਨੂੰ ਹਾਈਡ ਕੀਤਾ ਕਿ ਇਹ ਬੰਦੇ ਉਹ ਨੇ ਜਿਨ੍ਹਾਂ ਨੇ ਸੀ ਫੂਡ ਕੰਜ਼ਿਊਮ ਨਹੀਂ ਕੀਤਾ ਪਰ ਫਿਰ ਵੀ ਇਹ ਬਿਮਾਰ ਹੋ ਗਏ, ਫਿਰ ਵੀ ਇਹਨਾਂ ਦੇ ਵਿੱਚੋਂ ਵਾਇਰਸ ਹੈ। ਤਾਂ ਗੱਲ ਆ ਕਿ ਇੱਥੇ ਮੁੱਕਦੀ ਹੈ। ਇੱਥੋਂ ਇਹ ਬਿਲਕੁਲ ਕ੍ਰਿਸਟਲ ਕਲੀਅਰ ਹੋ ਗਿਆ ਕਿ ਇਹ ਜਿਹੜਾ ਵਾਇਰਸ ਹੈ ਭਾਵੇਂ ਜੈਨੇਟਿਕ ਵਾਇਰਸ ਹੈ, ਬਟ ਇਹਦੀ ਜਿਹੜੀ ਇਨਫੈਕਸ਼ਨ ਹੈ ਉਹ ਇਨਸਾਨ ਤੋਂ ਇਨਸਾਨ ਨੂੰ ਹੁੰਦੀ ਹੈ। ਅਤੇ ਇਹ ਇੱਕ ਬਹੁਤ ਵੱਡਾ ਜਿਹੜਾ ਝੂਠ ਸੀ ਚਾਈਨਾ ਨੇ ਵਿਸ਼ਵ ਨੂੰ ਬੋਲਿਆ ਵੀ ਨਹੀਂ ਹੁੰਦੀ, ਕਿਉਂ ਕਰਕੇ ਪਤਾ ਸੀ ਨਵਾਂ ਵਾਇਰਸ ਹੈ, ਹਰ ਇਹਦੇ ਬਾਰੇ ਕੁਛ ਪਤਾ ਨਹੀਂ ਹੈਗਾ। ਅਤੇ ਜੇ ਇਹ ਚੀਜ਼ ਦੱਸ ਦਿੱਤੀ ਗਈ ਵੀ ਹਾਂ ਇਹਦਾ ਇਨਸਾਨ ਤੋਂ ਇਨਸਾਨ 'ਚ ਫੈਲਦਾ ਤਾਂ ਇੱਕ ਪੈਨਿਕ, ਠੀਕ ਹੈ, ਅਤੇ ਚਾਈਨਾ ਨੂੰ ਇਸ ਚੀਜ਼ ਦੇ ਉੱਪਰ ਬਲੇਮ ਕਰਨਾ ਪੈਣਾ, ਬਲੇਮ ਹੋਊਗੀ ਚਾਈਨਾ ਵੀ ਹਾਂ ਇਹਨਾਂ ਨੇ ਇੱਦਾਂ ਦਾ ਜਿਹੜਾ ਵਾਇਰਸ ਹੈ ਉਹ ਇੱਥੋਂ ਸਟਾਰਟ ਹੋਇਆ। ਤਾਂ ਚਾਈਨਾ ਨੇ ਆਪਦੀ ਸਮਝ ਲਓ ਕਿ ਆਨ ਬਚਾਉਣ ਲਈ, ਆਪਦੀ ਸਾਖ ਬਚਾਉਣ ਲਈ ਇਹ ਚੀਜ਼ ਨੂੰ ਲੁਕਾ ਕੇ ਰੱਖਿਆ। ਤਾਂ ਇਹ ਦੱਸਿਆ ਗਿਆ ਕਿ ਨਹੀਂ, ਇਹ ਜਿਹੜਾ ਵਾਇਰਸ ਹੈ ਇਹ ਸਿਰਫ ਸੀ ਫੂਡ ਮਾਰਕੀਟ ਤੋਂ ਹੋਇਆ ਅਤੇ ਅਸੀਂ ਆਪਦੀ ਸੀ ਫੂਡ ਮਾਰਕੀਟਸ ਜਿਹੜੀਆਂ ਸਾਡੇ ਓਵਰਆਲ ਚਾਈਨਾ 'ਚ ਨੇ ਉਹਨਾਂ ਨੂੰ ਸ਼ਟ ਡਾਊਨ ਕਰ ਦਿੰਦੇ, ਕਰ ਵੀ ਦਿੱਤੀਆਂ ਗਈਆਂ। ਵੁਹਾਨ ਦੀ ਸੀ ਫੂਡ ਮਾਰਕੀਟ ਹੈ ਜਿਹੜੀ ਉਹ 5 ਜਨਵਰੀ ਨੂੰ ਸ਼ਟ ਡਾਊਨ ਕਰ ਦਿੱਤੀ ਗਈ। ਪਰ ਡਰ ਤਾਂ ਚਾਈਨਾ ਦੇ ਮਨ ਸੀ ਵੀ ਇਨਸਾਨ ਦੇ ਅੰਦਰ ਇਹ ਵਾਇਰਸ ਆ ਚੁੱਕਿਆ, ਪਰ ਹੁਣ ਇਹ ਇਨਸਾਨ ਤੋਂ ਇਨਸਾਨ ਵੀ ਜਾ ਰਿਹਾ ਹੈ। ਅਤੇ ਕਿਤੇ ਤੁਸੀਂ ਇਹ ਵੀ ਦੇਖੋਗੇ ਜਿਹੜਾ ਮਹੀਨਾ ਉਹ ਦਸੰਬਰ ਦਾ ਸੀ, ਆਲਮੋਸਟ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਦਿਨਾਂ 'ਚ ਛੁੱਟੀਆਂ ਹੁੰਦੀਆਂ ਨੇ, ਤਾਂ ਲੋਕ ਆਪਣੇ ਟਰੈਵਲ ਕਰਦੇ ਨੇ। ਤਾਂ ਉੱਥੇ ਵੁਹਾਨ ਦੇ ਵਿੱਚ ਵੀ ਇਟ ਇਜ਼ ਵਨ ਆਫ ਦਾ ਟੂਰਿਸਟ ਸਪੋਟ ਹੈ ਉਹ ਚਾਈਨਾ ਦੀ, ਬਹੁਤ ਫੇਮਸ ਟੂਰਿਸਟ ਸਪੋਟ ਹੈ ਅਤੇ ਟੂਰਿਜ਼ਮ ਉੱਥੇ ਬਹੁਤ ਆਉਂਦਾ ਹੈ। ਅਤੇ ਲੋਕ ਪੂਰੇ ਵਿਸ਼ਵ ਤੋਂ ਉੱਥੇ ਛੁੱਟੀਆਂ ਮਨਾਉਣ ਆਏ ਹੋਏ ਸੀ, ਅਤੇ ਉੱਥੇ ਕਈ ਤਰ੍ਹਾਂ ਦੇ ਫੈਸਟੀਵਲਸ ਵੀ ਹੁੰਦੇ ਨੇ। ਅਤੇ ਉਸ ਦੌਰਾਨ ਇਹ ਇੱਕ ਚੈਲੰਜ ਬਣ ਗਿਆ ਸੀ ਉੱਥੇ ਦੀ ਅਥਾਰਟੀ ਲਈ, ਕਿਉਂ ਕਰਕੇ ਲੋਕ ਕੰਟੈਕਟ ਦੇ ਵਿੱਚ ਸੀ, ਇੱਕ ਦੂਜੇ ਦੇ ਆਉਂਦੇ ਸੀ, ਤਾਂ ਉਹ ਇਫੈਕਟ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਸੀ। ਜਿਵੇਂ ਦਸੰਬਰ ਦਾ ਮਹੀਨਾ ਖਤਮ ਹੋਇਆ ਤਾਂ ਲੋਕ ਵਾਪਸ ਆਪਣੇ ਜਿਹੜੇ ਕੰਟਰੀਜ਼ ਚਲੇ ਗਏ। ਤਾਂ ਓਬਵੀਅਸ ਹੈ ਇੱਕ ਵੱਡੀ ਗੱਲ ਸੀ ਵੀ ਤੁਸੀਂ ਉਸ ਜਗ੍ਹਾ ਟਰੈਵਲ ਕੀਤਾ ਜਿਸ ਜਗ੍ਹਾ ਜਿਹੜੀ ਇੱਕ ਮਹਾਮਾਰੀ ਆਪਣੇ ਪੈਰ ਪਸਾਰ ਰਹੀ ਹੈ, ਅਤੇ ਤੁਸੀਂ ਉਸ ਚੀਜ਼ ਤੋਂ ਅਣਜਾਣ ਹੋ, ਤੁਹਾਨੂੰ ਨਹੀਂ ਪਤਾ ਹੈਗਾ। ਅਤੇ ਹੁਣ ਉਹ ਜਿਹੜੀ ਇਨਫੈਕਸ਼ਨ ਸੀ ਉਹ ਤੁਹਾਡੇ ਹੋਰ ਜਿਹੜੇ ਲੋਕਾਂ ਦੇ ਜਿੱਥੇ ਅਲੱਗ-ਅਲੱਗ ਦੇਸ਼ਾਂ 'ਚੋਂ ਆਏ ਹੋਏ ਸੀ, ਅਤੇ ਵੀ ਉਹ ਵੀ ਇਸ ਚੀਜ਼ ਦਾ ਵੈਕਟਰ ਬਣ ਗਏ, ਉਹਨਾਂ ਨੇ ਵੀ ਉਹ ਕੈਰੀਅਰ ਬਣ ਗਏ ਵਾਇਰਸ ਦਾ। ਤਾਂ ਬਟ ਉਹਨਾਂ ਨੂੰ ਨਹੀਂ ਸੀ ਪਤਾ, ਦੇ ਵਰ ਟੋਟਲੀ ਅਨਅਵੇਅਰ। ਅਤੇ ਉਸ ਤੋਂ ਬਾਅਦ ਇੱਕ ਘਟਨਾਕ੍ਰਮ ਹੈ ਜਿਹੜਾ ਵੁਹਾਨ ਦੇ ਵਿੱਚ ਇਹ ਜਿਹੜੀ ਮਹਾਮਾਰੀ ਸੀ, ਬਿਲਕੁਲ ਇੱਕੋ ਦਮ ਇਹਦੇ ਜਿਹੜੇ ਕੇਸਿਸ ਨੇ ਵਧੇ, ਪੂਰੇ ਵਿਸ਼ਵ ਨੇ ਦੇਖਿਆ, ਅਤੇ ਚਾਈਨਾ ਨੇ ਵੁਹਾਨ ਨੂੰ ਲੋਕਡਾਊਨ ਕੀਤਾ ਅਤੇ ਬਿਲਕੁਲ ਉਹਨੂੰ ਸੀਲ ਕਰ ਦਿੱਤਾ ਗਿਆ, ਨਾ ਕੋਈ ਜਾਊਗਾ ਨਾ ਕੋਈ ਆਊਗਾ। ਅਤੇ ਚਾਈਨਾ ਦੇ ਮੁਤਾਬਿਕ ਤਾਂ ਉੱਥੇ ਚਾਈਨਾ 'ਚੋਂ ਦੱਸਦਾ ਵੀ 20,000 ਡੈਥ ਹੋਈਆਂ ਨੇ, ਬਟ ਸੈਟੇਲਾਈਟ ਇਮੇਜਿਸ ਤੋਂ ਇੰਨਾ ਪਤਾ ਲੱਗਦਾ ਸੀ ਕਿ ਵੀ ਬਹੁਤ ਲੋਕ ਨੇ ਜਿਹੜੇ ਉਹ ਕਿਉਂ ਕਰਕੇ ਚਾਈਨਾ ਦੇ ਵਿੱਚ ਜਿਹੜਾ ਮੀਡੀਆ ਹੈ ਉਹ ਸਰਕਾਰ ਦੇ ਅਗੇਂਸਟ ਨਹੀਂ ਜਾਂਦਾ। ਚਾਈਨਾ ਦਾ ਮੀਡੀਆ ਕਦੇ ਵੀ ਕੋਈ ਵੀ ਚੀਜ਼ ਹੈ ਉਹਨੂੰ ਵਿਸ਼ਵ ਦੇ ਅੱਗੇ ਨਹੀਂ ਲੈ ਕੇ ਆਉਂਦਾ, ਉਹ ਬਿਲਕੁਲ ਆਪਣੇ ਗੌਰਮੈਂਟ ਦੇ ਅਕੋਰਡਿੰਗ ਹੀ ਚੱਲਦਾ। ਤਾਂ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਵੁਹਾਨ ਤੋਂ ਬਾਹਰ ਨਹੀਂ ਜਾਣ ਦਿੱਤੀ ਗਈ। ਬਟ ਜਿਹੜਾ ਵਾਇਰਸ ਸੀ ਉਹ ਵੁਹਾਨ ਤੋਂ ਬਾਹਰ ਜਾ ਚੁੱਕਿਆ ਸੀ, ਲੋਕ ਉਹਦੇ ਕੈਰੀਅਰ ਬਣ ਚੁੱਕੇ ਸੀ, ਅਤੇ ਲੋਕ ਉਹ ਵਾਇਰਸ ਹੁਣ ਵਿਸ਼ਵ ਦੇ ਲੋਕ ਜਿਹੜੇ ਵੁਹਾਨ ਦੇ ਵਿੱਚ ਟਰੈਵਲ ਕਰਕੇ ਆਏ ਸੀ
ਉਹਨਾਂ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਨਹੀਂ ਸੀ ਪਤਾ, ਬਟ ਥਰੂ ਇਨਫੈਕਸ਼ਨ ਉਹ ਜਾ ਚੁੱਕਿਆ ਸੀ। ਤਾਂ ਇਸ ਚੀਜ਼ ਦੇ ਉੱਪਰ WHO ਦੀ ਵੀ ਕ੍ਰਿਟਿਸਿਜ਼ਮ ਹੋਈ, ਕਿਉਂ ਕਰਕੇ WHO ਸ਼ੁਰੂਆਤੀ ਦੌਰ ਦੇ ਵਿੱਚ ਇਸ ਵਾਇਰਸ ਨੂੰ ਸਮਝ ਹੀ ਨਹੀਂ ਸਕਿਆ। ਅਤੇ ਜਦੋਂ 24 ਜਨਵਰੀ ਨੂੰ ਜਿਹੜੇ WHO ਦੇ ਅਧਿਅਕਸ਼ ਸੀ, ਜਦੋਂ ਉਹਨਾਂ ਨੇ ਚਾਈਨਾ ਦਾ ਵਿਜ਼ਿਟ ਕੀਤਾ ਤਾਂ ਉਹਨਾਂ ਨੇ ਉੱਥੇ ਚਾਈਨਾ ਦੇ ਪ੍ਰੈਜ਼ੀਡੈਂਟ ਦੀ ਬੜੀ ਉਹਨਾਂ ਨੂੰ ਬੜੀ ਪ੍ਰੇਜ਼ ਕੀਤੀ ਉਹਨਾਂ ਦੀ, ਕਿ ਉਹ ਇਸ ਮਹਾਮਾਰੀ ਨੂੰ ਉਹਨਾਂ ਨੇ ਕਹਿਣ ਦਾ ਮਤਲਬ ਕਿ ਇਹ ਜਿਹੜੀ ਇਨਫੈਕਸ਼ਨ ਸੀ ਵਾਇਰਸ ਦੀ ਇਹਨੂੰ ਕੰਟਰੋਲ ਕੀਤਾ। ਬਟ ਅਸਲੀਅਤ ਕੁਛ ਹੋਰ ਹੀ ਸੀ। ਅਤੇ ਬਾਅਦ ਵਿੱਚ ਉਹ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਵੀ ਹੋਏ ਇਸ ਚੀਜ਼ ਨੂੰ ਲੈ ਕੇ ਕਿ ਐਡੀ ਵੱਡੀ ਸੰਸਥਾ ਸੀ ਅਤੇ ਉਹ ਫਿਰ ਵੀ ਉਹ ਚਾਈਨਾ ਦੇ ਰੋਲ ਨੂੰ ਉਹਨਾਂ ਨੇ ਬਹੁਤ ਸਰਾਹਿਆ, ਪਰ ਚਾਈਨਾ ਸੀ ਜਿਹੜਾ ਉਹ ਤਾਂ ਝੂਠ ਬੋਲ ਰਿਹਾ ਸੀ। ਤਾਂ ਹੁਣ ਇਹ ਜਿਹੜਾ ਵਾਇਰਸ ਸੀ ਇਹ ਵਿਸ਼ਵ ਦੇ ਵੱਡੀਆਂ ਕੰਟਰੀਜ਼ ਜਿਵੇਂ ਇਟਲੀ, ਸਪੇਨ, ਪੁਰਤਗਾਲ, ਈਵਨ ਇੰਡੀਆ, ਏਸ਼ੀਆ ਦੀ ਕੰਟਰੀਜ਼ ਹੋਰ, ਕੋਰੀਆ ਹੋ ਗਿਆ, ਸਾਊਥ ਕੋਰੀਆ, ਨਾਰਥ ਕੋਰੀਆ, ਜਾਪਾਨ ਅਤੇ ਮਲੇਸ਼ੀਆ, ਸਿੰਗਾਪੁਰ, ਇਹਨਾਂ ਸਾਰੀਆਂ ਕੰਟਰੀਜ਼ ਦੇ ਵਿੱਚ ਇਹ ਦਸਤਕ ਦੇ ਚੁੱਕਿਆ ਸੀ। ਅਤੇ ਯੂਨਾਈਟਿਡ ਸਟੇਟਸ ਦੇ ਵਿੱਚ ਵੀ ਇਸ ਦੇ ਕੇਸ ਆਉਣੇ ਸਟਾਰਟ ਹੋ ਗਏ ਸੀ। ਇਹਨਾਂ ਕੰਟਰੀਆਂ ਦੀਆਂ ਜਿਹੜੀਆਂ ਮੈਡੀਕਲ ਅਥਾਰਟੀਜ਼ ਸੀ ਉਹ ਬਿਲਕੁਲ ਬੇਖਬਰ ਸੀ ਇਸ ਚੀਜ਼ ਤੋਂ, ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਵੀ ਉਹ ਸਿੰਪਲ, ਕਿਉਂ ਕਰਕੇ ਕੋਈ ਇਹਦਾ ਅਲੱਗ ਸਿੰਪਟਮ ਨਹੀਂ ਸੀ। ਉਹੀ ਸਿੰਪਟਮ ਨੇ ਜਿਹੜੇ ਇੱਕ ਆਮ ਕਾਮਨ ਕੋਲਡ ਦੇ ਸਿੰਪਟਮ ਨੇ, ਕੈਟਾਗਰੀ ਵੀ ਸੇਮ ਹੈ। ਕਰੋਨਾ ਤਾਂ ਪਹਿਲਾਂ ਵੀ ਆਇਆ ਤਾਂ ਕੋਈ ਉਹਨਾਂ ਨੂੰ ਐਡਾ ਲੱਗਿਆ ਨਹੀਂ ਵੀ ਇਹ ਤਾਂ ਚਲੋ ਇੱਕ ਸਿੰਪਲ ਜਿਹਾ ਕੋਈ ਵਾਇਰਸ ਹੋਣਾ, ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ ਇਹਦੇ ਬਾਰੇ ਕੁਛ ਜ਼ਿਆਦਾ ਜਾਣਕਾਰੀ ਨਹੀਂ ਸੀ। ਤਾਂ ਬਟ ਜਿਵੇਂ ਇਹਦਾ ਜਿਹੜਾ ਅਟੈਕ ਹੈ ਵੱਧਦਾ ਗਿਆ ਪਾਪੂਲੇਸ਼ਨਸ ਦੇ ਵਿੱਚ ਅਤੇ ਸਵੀਅਰਲੀ ਲੋਕ ਬਿਮਾਰ ਹੋਏ ਅਤੇ ਉਹਨਾਂ ਦੀਆਂ ਜਿਹੜੀਆਂ ਡੈਥ ਵੀ ਹੋਈਆਂ। ਤਾਂ ਅਮਰੀਕਾ ਦੇ ਵਿੱਚ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਨੇ ਡੋਨਾਲਡ ਟਰੰਪ, ਉਹਨਾਂ ਨੇ ਇਸ ਵਾਇਰਸ ਨੂੰ ਨੈਸ਼ਨਲ ਐਮਰਜੈਂਸੀ ਕਿਹਾ 13 ਮਾਰਚ ਨੂੰ, ਵੀ ਨੈਸ਼ਨਲ ਐਮਰਜੈਂਸੀ ਹੈ, ਇਸ ਤੋਂ ਬਚਿਆ ਜਾਵੇ, ਘਰ ਵਿੱਚ ਰਿਹਾ ਜਾਵੇ। ਅਤੇ ਜਦ ਕਿ WHO ਨੇ ਗਲੋਬਲ ਹੈਲਥ ਐਮਰਜੈਂਸੀ ਕਿਹਾ ਇਸ ਸਾਰੀ ਇਨਫੈਕਸ਼ਨ ਨੂੰ 30 ਜਨਵਰੀ ਨੂੰ। ਅਤੇ ਇਹ ਵਾਇਰਸ ਜਿਹਨੂੰ ਸਿਰਫ ਹੁਣ ਤੱਕ ਕਰੋਨਾ ਵਾਇਰਸ ਕਹਿ ਰਹੇ ਸੀ, ਤਾਂ WHO ਨੇ 11 ਫਰਵਰੀ ਨੂੰ ਇਹਨੂੰ ਨੋਵਲ COVID-19 ਦਾ ਨਾਮ ਦਿੱਤਾ। ਨੋਵਲ ਵਰਡ ਯੂਜ਼ ਹੋਇਆ ਕਿਉਂ ਕਰਕੇ ਇਹ ਨਵਾਂ ਸੀ, ਇਹਦੇ ਬਾਰੇ ਪਹਿਲਾਂ ਕੋਈ ਰਿਪੋਰਟਿੰਗ ਨਹੀਂ ਸੀ, ਪਹਿਲਾਂ ਇਹਦਾ ਕੋਈ ਰੈਕਡ ਨਹੀਂ ਸੀ। ਕੋਵਿਡ COVID, CO ਦਾ ਮਤਲਬ ਕਰੋਨਾ, VI ਦਾ ਮਤਲਬ ਵਾਇਰਸ, D ਦਾ ਮਤਲਬ ਡਿਜ਼ੀਜ਼, 19 ਦਾ ਮਤਲਬ ਸਾਲ 2019। ਤਾਂ ਇਹ ਜਿਹੜੀ ਇਹਦਾ ਨੋਮਨਕਲੇਚਰ ਕੀਤਾ ਗਿਆ, ਇਹਦਾ ਨਾਮ ਦਿੱਤਾ ਗਿਆ WHO ਨੇ 11 ਫਰਵਰੀ ਨੂੰ ਇਹਦਾ ਇਹ ਨਾਮਕਰਨ ਕੀਤਾ। ਤਾਂ ਹੁਣ ਵਿਸ਼ਵ ਦੇ ਅਲੱਗ-ਅਲੱਗ ਸਾਇੰਟਿਸਟ ਨੇ ਇਸ ਦੇ ਉੱਤੇ ਕੰਮ ਕਰਨਾ ਸਟਾਰਟ ਕਰਤਾ। ਤਾਂ ਇੱਕ ਥਿਊਰੀ ਉੱਭਰ ਕੇ ਅੱਗੇ ਆਈ ਕਿ ਜਿਹੜਾ ਇਹ ਵਾਇਰਸ ਹੈ ਇਹ ਕਿੱਥੋਂ ਆਇਆ। ਚਾਈਨਾ ਨੇ ਕਿਹਾ ਕਿ ਇਹ ਬੈਟਸ ਤੋਂ ਆਇਆ, ਕੁਛ ਲੋਕਾਂ ਨੇ ਕਿਹਾ ਸਨੇਕਸ ਤੋਂ ਆਇਆ। ਚਲੋ ਜੇ ਮੰਨ ਲਿਆ ਜਾਵੇ, ਬਹੁਮਤ ਵੱਲ ਅਸੀਂ ਜਾਈਏ ਵੀ ਬੈਟਸ ਤੋਂ ਆਇਆ, ਚਮਗਿੱਦੜਾਂ ਤੋਂ ਆਇਆ, ਤਾਂ ਕਿ ਚਮਗਿੱਦੜਾਂ ਤੋਂ ਸਿੱਧਾ ਇਨਸਾਨ 'ਚ ਆਇਆ, ਕਿਉਂ ਕਰਕੇ ਇਨਸਾਨਾਂ ਨੇ ਚਮਗਿੱਦੜ ਦਾ ਸੇਵਨ ਕੀਤਾ ਸੀ, ਸੂਪ ਵਗੈਰਾ ਦੇ ਵਿੱਚ ਲਾ ਲਓ, ਜਾਂ ਸਿੱਧਾ ਉਹਨਾਂ ਨੇ ਉਹਨੂੰ ਕਿਸੇ ਹਿਸਾਬ ਨਾਲ ਉਹਦਾ ਸੇਵਨ ਕੀਤਾ, ਤਾਂ ਇਹਦਾ ਮਤਲਬ ਸਿੱਧਾ ਚਮਗਿੱਦੜ ਤੋਂ ਇਨਸਾਨ 'ਚ ਆ ਗਿਆ। ਬਟ ਜਿਹੜੇ ਐਨੀਮਲ ਤੋਂ, ਕਿਸੇ ਵੀ ਐਨੀਮਲ ਲਾ ਲਓ, ਮੈਮਲ ਲਾ ਲਓ, ਹੈ ਨਾ, ਪਸ਼ੂ ਪੰਛੀ ਲਾ ਲਓ, ਉਹਨਾਂ 'ਚੋਂ ਜੇ ਇਨਸਾਨ ਦੇ ਵਿੱਚ ਇਹ ਥੋੜ੍ਹਾ ਜਿਹਾ ਇੱਕ ਔਖਾ ਹੁੰਦਾ, ਇੱਦਾਂ ਸਿੱਧਾ ਨਹੀਂ ਹੁੰਦਾ ਵਾਇਰਸ ਕਦੇ ਵੀ। ਜਾਂ ਫਿਰ ਇਹ ਹੋ ਸਕਦਾ ਹੈ ਕਿ ਕੋਈ ਵਿਚਕਾਰ ਕੋਈ ਵੈਕਟਰ ਐਨੀਮਲ ਹੋਵੇ ਜਿਹਨੇ ਚਮਗਿੱਦੜ ਤੋਂ ਉਸ ਜਾਨਵਰ 'ਚ ਗਿਆ, ਉਸ ਜਾਨਵਰ ਨੂੰ ਫਿਰ ਇਨਸਾਨ ਨੇ ਕੰਜ਼ਿਊਮ ਕੀਤਾ। ਤਾਂ ਇੱਦਾਂ ਹੀ ਇੱਕ ਆਇਆ ਕਿ ਬੈਟਸ ਤੋਂ ਪੈਨਗੋਲਿਸ ਇੱਕ ਉੱਥੇ ਜਾਨਵਰ ਹੈ ਜਿਹੜਾ ਚਾਈਨਾ 'ਚ ਪਾਇਆ ਜਾਂਦਾ, ਅਤੇ ਉਹ ਲੋਕ ਉਹਦਾ ਸੇਵਨ ਬਹੁਤ ਕਰਦੇ ਨੇ, ਕਿਉਂ ਕਰਕੇ ਲੋਕ ਮੰਨਦੇ ਨੇ ਕਿ ਉਹ ਅਰਥਰਾਈਟਿਸ ਹੋ ਗਿਆ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਬਿਮਾਰੀ ਹੋ ਗਈ, ਹੱਡੀਆਂ ਨਾਲ ਰਿਲੇਟਡ ਹੋ ਗਈ, ਵੀ ਉਹ ਅਗਰ ਉਸ ਦਾ ਸੇਵਨ ਕੀਤਾ ਜਾਵੇ ਪੈਨਗੋਲਿਸ ਦਾ, ਤਾਂ ਉਹ ਬਹੁਤ ਲਾਭਕਾਰੀ ਹੈ। ਤਾਂ ਇਹ ਵੀ ਕਿਹਾ ਗਿਆ ਕਿ ਬੈਟਸ ਤੋਂ ਪੈਨਗੋਲਿਸ 'ਚ ਗਿਆ, ਪੈਨਗੋਲਿਸ ਨੂੰ ਉਹ ਲੋਕ ਸੇਵਨ ਕਰਦੇ ਸੀ ਤਾਂ ਉਹਨਾਂ ਦੇ ਅੰਦਰ ਚਲਿਆ ਗਿਆ। ਇੱਕ ਤਾਂ ਇਸ ਥਿਊਰੀ ਦੇ ਉੱਪਰ ਕੰਮ ਕੀਤਾ ਗਿਆ। ਦੂਜਾ ਜਿਹੜਾ ਵੁਹਾਨ ਹੈ,
ਤਾਂ ਉੱਥੇ 2 ਲੈਬਸ ਨੇ, ਵਰਲਡ ਫੇਮਸ ਲੈਬਸ ਨੇ। ਉਹ ਜਿਹੜੀਆਂ ਲੈਬਸ ਨੇ ਉੱਥੇ ਮੇਨਲੀ ਵਾਇਰਸ ਦੇ ਉੱਪਰ ਹੀ ਰਿਸਰਚ ਹੁੰਦੀ ਹੈ। ਤਾਂ ਉਹਦਾ ਹੈਗਾ ਨਾਮ ਵੁਹਾਨ ਇੰਸਟੀਟਿਊਟ ਆਫ ਵਾਇਰੋਲੋਜੀ। ਤਾਂ ਕਰੋਨਾ ਦੇ ਉੱਪਰ ਉੱਥੇ ਜਿਹੜਾ ਹੈਗਾ ਕੰਮ ਚੱਲ ਰਿਹਾ ਸੀ ਆਲਰੇਡੀ, ਇਹ ਮਹਾਮਾਰੀ ਤੋਂ ਪਹਿਲਾਂ ਉੱਥੇ ਕਰੋਨਾ ਦੇ ਉੱਪਰ ਵੀ ਕੰਮ ਚੱਲ ਰਿਹਾ ਸੀ ਉਸ ਲੈਬਸ 'ਚ। ਤਾਂ ਕਈ ਲੋਕਾਂ ਨੇ ਇਹ ਸ਼ੰਕਾ ਜਤਾਈ ਕਿ ਕਿਤੇ ਨਾ ਕਿਤੇ ਉੱਥੇ ਜਿਹੜੇ ਸਿਕਿਉਰਿਟੀ ਮੈਨੇਜਮੈਂਟ ਸੀ ਉਹਦੇ ਵਿੱਚ ਢਿੱਲ ਵਰਤੀ ਗਈ, ਜਿਸ ਕਰਕੇ ਪ੍ਰੋਪਰ ਧਿਆਨ ਨਹੀਂ ਦਿੱਤਾ ਗਿਆ ਅਤੇ ਜਿਹੜਾ ਵਾਇਰਸ ਹੈ ਉਹਨਾਂ ਲੈਬਸ ਦੇ ਵਿੱਚੋਂ ਆਇਆ। ਫਿਰ ਕੁਝ ਲੋਕਾਂ ਨੇ ਇਹ ਵੀ ਕਿਹਾ ਵੀ ਚਾਈਨਾ ਇਹਨੂੰ ਬਾਇਓ ਵੈਪਨ ਦੀ ਤਰ੍ਹਾਂ ਯੂਜ਼ ਕਰਨਾ ਚਾਹੁੰਦਾ ਸੀ, ਇਹ ਲੀਕ ਹੋ ਗਿਆ ਉੱਥੋਂ ਅਤੇ ਇਹਨੇ ਜਿਹੜੀ ਪੂਰੀ ਦੁਨੀਆ ਦੇ ਵਿੱਚ ਇਹਨੇ ਆਪਦੀ ਦੁਨੀਆ ਨੂੰ ਇਹਨੇ ਜਕੜ ਲਿਆ। ਤਾਂ ਇੱਦਾਂ ਦੀਆਂ ਜਿਹੜੀਆਂ ਥਿਊਰੀਜ਼ ਨੇ ਉਹ ਸਾਹਮਣੇ ਆਉਂਦੀਆਂ ਰਹੀਆਂ ਅਤੇ ਚਾਈਨਾ ਓਵਰਆਲ ਸਾਰੇ ਕੰਟਰੀਜ਼ ਚਾਈਨਾ ਨੂੰ ਇਸ ਚੀਜ਼ ਲਈ ਬਲੇਮ ਕਰਦੇ ਸੀ ਵੀ ਇਹ ਚਾਈਨਾ 'ਚੋਂ ਜਿਹੜਾ ਵਾਇਰਸ ਆਇਆ ਅਤੇ ਇਹਨੇ ਆ ਕੇ ਜਾਨੀ ਮਾਲੀ ਨੁਕਸਾਨ ਕੀਤਾ ਹੋਰ ਕੰਟਰੀਜ਼ ਦੇ ਵਿੱਚ। ਅਤੇ ਚਾਈਨਾ ਦੀ ਜਿਹੜੀ ਚੁੱਪੀ ਸੀ ਅਤੇ ਚਾਈਨਾ ਨੇ ਜਿਹੜਾ ਵਿਸ਼ਵ ਨੂੰ ਇਹ ਦੱਸਿਆ ਹੀ ਨਹੀਂ ਕਿ ਇਹ ਮੈਨ ਟੂ ਮੈਨ ਇਨਫੈਕਸ਼ਨ ਹੁੰਦੀ ਹੈ, ਉਹ ਵੀ ਇੱਕ ਵੱਡਾ ਲੂਪ ਹੋਲ ਸੀ। ਕਿਉਂ ਨਹੀਂ ਦੱਸਿਆ ਗਿਆ? ਜੇ ਦੱਸਿਆ ਜਾਂਦਾ ਤਾਂ ਸ਼ਾਇਦ ਜਿਹੜੇ ਉਹ ਦੇਸ਼ ਸੀ, ਵੱਡੀਆਂ ਡਿਵੈਲਪਡ ਕੰਟਰੀ ਸੀ, ਉਹ ਇਤਿਹਾਤ ਵਰਤਦੇ, ਉਹ ਕੋਈ ਨਾ ਕੋਈ ਮੈਜਰਮੈਂਟ ਆਪਣੇ ਪਹਿਲਾਂ ਹੀ ਮੈਜ਼ਰਸ ਤਿਆਰ ਕਰ ਲੈਂਦੇ ਤਾਂ ਕਿ ਉਹਨਾਂ ਦੇ ਲੋਕਾਂ ਨੂੰ ਇਸ ਇਨਫੈਕਸ਼ਨ ਤੋਂ ਬਚਾਇਆ ਜਾ ਸਕਦਾ। ਅਤੇ ਬੱਚੋ ਇਹ ਸੀ ਇਸ ਵਾਇਰਸ ਦੇ ਓਰੀਜਨ ਬਾਰੇ ਗੱਲ ਕੀਤੀ ਅਸੀਂ ਵੀ ਇਹ ਵਾਇਰਸ ਕਿੱਥੋਂ ਆਇਆ ਅਤੇ ਕਿੱਦਾਂ ਇਹ ਸਾਰੇ ਵਿਸ਼ਵ ਦੇ ਵਿੱਚ ਫੈਲ ਗਿਆ। ਹੁਣ ਅਗਲੀ ਵੀਡੀਓ ਦੇ ਵਿੱਚ ਅਸੀਂ ਇਹ ਗੱਲ ਕਰਾਂਗੇ ਕਿ ਇਨਸਾਨ ਦੇ ਵਿੱਚ ਐਂਟਰ ਕਰਕੇ ਵਾਇਰਸ ਕਰਦਾ ਕੀ ਹੈ, ਕਿੱਦਾਂ ਸਵੀਅਰ ਇਲ ਕਰਦਾ ਹੈ, ਕਿੱਦਾਂ ਲੋਕਾਂ ਦੀ ਜਾਨ ਜਾਂਦੀ ਹੈ। ਤਾਂ ਉਸ ਵੀਡੀਓ ਦੇ ਵਿੱਚ ਅਸੀਂ ਇਹ ਗੱਲ ਕਰਾਂਗੇ। ਥੈਂਕਸ ਅ ਲੋਟ। ਹਾਂਜੀ, ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਨੂੰ। ਜਿੱਦਾਂ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਦੇਖਿਆ ਵੀ ਜਿਹੜਾ ਇਹ ਵਾਇਰਸ ਸੀ ਇਹ ਕਿੱਦਾਂ ਓਰੀਜੀਨੇਟ ਹੋਇਆ, ਕਿੱਦਾਂ ਚਾਈਨਾ ਤੋਂ ਬਾਹਰ ਇਹਨੇ ਸਾਰੇ ਦੇਸ਼ਾਂ ਨੂੰ ਆਪਣੀ ਜਕੜ 'ਚ ਲੈ ਲਿਆ। ਹੁਣ ਅਸੀਂ ਅੱਜ ਗੱਲ ਕਰਾਂਗੇ ਕਿ ਇਹ ਵਾਇਰਸ ਕਿੱਦਾਂ ਇਨਸਾਨ ਦੇ ਅੰਦਰ ਐਂਟਰ ਹੁੰਦਾ ਹੈ ਅਤੇ ਐਂਟਰ ਹੋਣ ਤੋਂ ਬਾਅਦ ਕਿਹੜੇ ਔਰਗਨ ਨੂੰ ਟਾਰਗੇਟ ਕਰਦਾ ਹੈ, ਕਿੱਦਾਂ ਇਹ ਰੈਸਪੀਰੇਟਰੀ ਡਿਸਆਰਡਰ ਜਨਰੇਟ ਕਰਦਾ ਹੈ ਅਤੇ ਕਿੱਦਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਵੀ ਇਹ ਕਿੱਦਾਂ ਟਰਾਂਸਮਿਟ ਹੁੰਦਾ ਹੈ। ਦੇਖੋ, ਬਹੁਤ ਸਿੰਪਲ ਜੀ ਗੱਲ ਹੈ। ਜਿੱਦਾਂ ਜੇ ਤੁਸੀਂ ਕਾਮਨ ਕੋਲਡ ਲਾ ਲਓ, ਹੈ ਨਾ, ਜੇ ਆਪਣੇ ਨਾਲ ਕੋਈ ਬੰਦਾ ਹੈ ਉਹਨੂੰ ਜ਼ੁਕਾਮ ਹੋਇਆ ਤਾਂ ਉਹ ਸਨੀਜ਼ ਕਰਦਾ ਹੈ ਤਾਂ ਜਿਹੜੇ ਡ੍ਰੌਪਲੈਟਸ ਨੇ ਉਹ ਮੂੰਹ 'ਚੋਂ ਨਿਕਲਦੇ ਨੇ ਅਤੇ ਕੁਛ ਮੀਟਰ 1.5 ਮੀਟਰ ਤੱਕ ਉਹ ਹਵਾ 'ਚ ਰਹਿੰਦੇ ਨੇ, ਫਿਰ ਜਾ ਕੇ ਧਰਤੀ 'ਤੇ ਚਲੇ ਜਾਂਦੇ ਨੇ। ਸੇਮ ਇਹ 'ਚ ਵੀ ਸਨੀਜ਼ਿੰਗ ਹੈ, ਕਫਿੰਗ ਹੈ। ਤੁਸੀਂ ਕਫ ਕਰਦੇ ਹੋ ਤਾਂ ਓਬਵੀਅਸ ਹੈ ਫੋਰਸਫੁਲੀ ਜਿਹੜੇ ਤੁਹਾਡੇ ਡ੍ਰੌਪਲੈਟਸ ਨੇ ਮੂੰਹ 'ਚੋਂ ਬਾਹਰ ਜਾਂਦੇ ਨੇ ਅਤੇ ਅੱਗੇ ਸਾਹਮਣੇ ਅਗਰ ਕੋਈ ਬੰਦਾ ਤੁਹਾਡੇ ਬਹੁਤ ਨਜ਼ਦੀਕ ਹੈ ਤਾਂ ਉਹਦੇ ਕੱਪੜਿਆਂ 'ਤੇ ਵੀ ਲੱਗ ਸਕਦੇ ਨੇ, ਉਹਦੇ ਹੱਥਾਂ ਪੈਰਾਂ 'ਤੇ ਵੀ ਲੱਗ ਸਕਦੇ ਨੇ, ਈਵਨ ਕਿ ਉਹਦੇ ਮੂੰਹ 'ਚ ਵੀ ਲੱਗ ਸਕਦੇ ਨੇ ਅਤੇ ਸਾਹ ਰਾਹੀਂ ਉਹਦੇ ਅੰਦਰ ਵੀ ਜਾ ਸਕਦੇ ਨੇ। ਤਾਂ ਓਬਵੀਅਸ ਹੈ ਉਹ ਬੰਦਾ ਵੀ ਇਸ ਚੀਜ਼ ਤੋਂ ਇਨਫੈਕਟ ਹੋ ਜਾਊਗਾ। ਤਾਂ ਸੇਮ ਇਹ ਇੱਦਾਂ ਹੀ ਤੁਸੀਂ ਫੋਰ ਐਗਜ਼ਾਮਪਲ ਇਫ ਮੈਂ ਇੱਕ ਕਰੋਨਾ ਪੇਸ਼ੈਂਟ ਹਾਂ ਅਤੇ ਮੈਂ ਸਨੀਜ਼ ਕਰਦਾ ਤਾਂ ਮੈਂ ਓਬਵੀਅਸ ਹੈ ਜਦ ਦੋਵੇਂ ਹੱਥ ਇੱਥੇ ਰੱਖ ਕੇ ਸਨੀਜ਼ ਕਰਦਾ ਤਾਂ ਉਹ ਜਿਹੜੇ ਪਾਰਟੀਕਲਸ ਨੇ ਉਹ ਮੇਰੇ ਹੱਥਾਂ 'ਤੇ ਲੱਗ ਜਾਂਦੇ ਨੇ। ਉਹ ਜਿਹੜੇ ਵਾਇਰਸ ਲਾ ਲਓ, ਹੈ ਨਾ, ਡ੍ਰੌਪਲੈਟਸ ਲਾ ਲਓ, ਜਿੱਥੇ ਫਿਰ ਮੈਂ ਹੱਥ ਲਾਊਂਗਾ ਅਗਰ ਹੈਲਦੀ ਪਰਸਨ ਉੱਥੇ ਜਾ ਕੇ ਹੱਥ ਲਾਊਗਾ ਉਹਦੇ ਲੱਗ ਜਾਣਗੇ। ਅਤੇ ਆਪਣੇ ਲੋਕਾਂ ਨੂੰ ਤਾਂ ਮੂੰਹ 'ਤੇ ਹੱਥ ਫੇਰਨ ਦੀ ਬਹੁਤ ਆਦਤ ਹੈ। ਤਾਂ ਬਸ ਤੁਸੀਂ ਲਾ ਲਓ ਕਿ ਉਹ ਜਦ ਇੱਕ ਜਿਹੜਾ ਕਰੋਨਾ ਕੈਰੀਅਰ ਸੀ, ਹੈ ਨਾ, ਜਿਹਨੂੰ ਕਰੋਨਾ ਸੀ, ਉਹ ਉਸ ਬੰਦੇ ਤੋਂ ਦੂਜੇ ਬੰਦੇ 'ਚ ਚਲਿਆ ਗਿਆ। ਸਨੀਜ਼ਿੰਗ, ਕਫਿੰਗ ਹੋ ਗਿਆ। ਤਾਂ ਇਹ ਜਿਹੜੇ ਈਵਨ ਕਿ ਕਈ ਲੋਕ ਦੇਖਿਆ ਹੁੰਦਾ ਆਪਾਂ ਨੇ ਕਿ ਰਸਤੇ ਜਾਂਦੇ ਨੇ ਉਹਨਾਂ ਨੂੰ, ਹੈ ਨਾ, ਉਹ ਸਾਈਡ ਦੇ ਉੱਪਰ ਸਪਲਿਟ ਥੁੱਕ ਸਿੱਟਣ ਦੀ ਬਹੁਤ ਆਦਤ ਹੁੰਦੀ ਹੈ। ਤਾਂ ਉਹ ਵੀ ਇਹਦਾ ਇੱਕ ਕਾਰਨ ਹੈ। ਠੀਕ ਹੈ ਜੀ, ਇਹ ਵਾਇਰਸ ਹੈ ਜਿਹੜਾ ਉਹ ਵੀ ਇਹਦਾ ਇੱਕ ਕਾਰਨ ਹੈ ਵਾਇਰਸ ਫੈਲਣ ਦਾ। ਤਾਂ ਫਿਰ ਹੁਣ ਇਸ ਤੋਂ ਇਤਿਹਾਤ ਵਰਤਣ ਲਈ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਅਗਰ ਖੰਘਣਾ ਹੈ ਨਾ ਤਾਂ ਇੱਦਾਂ ਕੁਛ ਰੁਮਾਲ ਵਗੈਰਾ ਨਹੀਂ ਤਾਂ ਉਹਨੂੰ ਇੱਥੇ ਰੱਖੋ, ਸਨੀਜ਼ਿੰਗ ਆਉਂਦੀ ਉਹਨੂੰ ਇੱਥੇ ਰੱਖੋ। ਠੀਕ ਹੈ ਜੀ। ਤਾਂ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਵੀ ਜੇ ਅਸੀਂ ਪਬਲਿਕਲੀ ਬਾਹਰ ਜਾਂਦੇ ਹਾਂ ਤਾਂ ਜਿੱਦਾਂ ਆਪਾਂ ਬੋਲਦੇ ਹਾਂ ਤਾਂ ਆਪਣੇ ਮੂੰਹ ਦੇ ਵਿੱਚੋਂ ਕੰਟੀਨਿਊਸਲੀ ਬਹੁਤ ਛੋਟੇ ਮਾਈਕਰੋ ਜਿਹੜੇ ਕਣ ਨੇ ਉਹ ਬਾਹਰ ਨਿਕਲਦੇ ਰਹਿੰਦੇ ਨੇ। ਤਾਂ ਆਪਾਂ ਕੀ ਕਰੋ
ਮਾਸਕ ਲਵੋ। N95 ਜਿਹੜਾ ਮਾਸਕ ਹੈ ਉਹ ਕਿਹਾ ਗਿਆ ਹੈ ਵੀ ਉਹ 80% ਤੱਕ ਜਿਹੜੀ ਇਨਫੈਕਸ਼ਨ ਨੂੰ ਰੋਕਦਾ ਹੈ। 0.6 ਮਾਈਕਰੋਨ ਦਾ ਸਾਈਜ਼ ਦਾ ਕੋਈ ਵੀ ਪਾਰਟੀਕਲ ਇਸ ਤੋਂ ਵੱਡੇ ਸਾਈਜ਼ ਦਾ ਉਹਦੇ ਐਂਟਰ ਨਹੀਂ ਕਰਦਾ, ਬਟ ਇਸ ਤੋਂ ਛੋਟਾ ਸਾਈਜ਼ ਉਹਦੇ ਅੰਦਰ ਐਂਟਰ ਕਰ ਜਾਂਦਾ ਹੈ। ਮੈਡੀਕਲ ਮਾਸਕ ਵੀ ਨੇ, ਸਪੰਜੀ ਮਾਸਕ ਵੀ ਨੇ, ਕਲੋਥ ਮਾਸਕ ਵੀ ਨੇ, ਬਟ N95 ਹੈ ਜਿਹੜਾ ਉਹ ਸੇਫਟੀ, ਅਗਰ ਮੈਂ ਸੇਫਟੀ ਦੇ ਮੱਦੇਨਜ਼ਰ ਕਹਾਂ ਤਾਂ ਸਭ ਤੋਂ ਵਧੀਆ ਮਾਸਕ ਹੈ, ਉਹ ਸਭ ਤੋਂ ਸੇਫੈਸਟ ਮਾਸਕ ਹੈ। ਈਵਨ ਕਿ ਜਿਹੜੇ ਡਾਕਟਰ ਪੇਸ਼ੈਂਟਸ ਨੂੰ ਟਰੀਟ ਕਰਦੇ ਨੇ ਉਹ ਵੀ N95 ਨੂੰ ਯੂਜ਼ ਕਰਦੇ ਨੇ। ਦੂਜੀ ਗੱਲ ਇਹ ਕਿਹਾ ਗਿਆ ਕਿ ਸੈਨੀਟਾਈਜ਼ਰ ਇਹ ਚੀਜ਼ ਬਹੁਤ ਪਿਛਲੇ ਜਦੋਂ ਦੀ ਇਹ ਮਹਾਮਾਰੀ ਫੈਲੀ ਹੈ, ਜਦੋਂ ਦਾ ਲੋਕਾਂ ਨੂੰ ਕਰੋਨਾ ਬਾਰੇ ਪਤਾ ਲੱਗਿਆ, ਅੱਜ ਈਵਨ ਕਿ ਜੇ ਤੁਸੀਂ ਲਾਓ ਕਿ ਜਿਹੜੇ ਬੰਦੇ ਪੜ੍ਹੇ ਲਿਖੇ ਵੀ ਨਹੀਂ ਹੈਗੇ ਉਹਨਾਂ ਨੂੰ ਵੀ ਕਰੋਨਾ ਦਾ ਪਤਾ ਹੈ, ਉਹਨਾਂ ਨੂੰ ਵੁਹਾਨ ਦਾ ਵੀ ਪਤਾ ਹੈ ਅਤੇ ਉਹਨਾਂ ਨੂੰ ਸੈਨੀਟਾਈਜ਼ਰ ਦਾ ਵੀ ਪਤਾ ਹੈ। ਹੁਣ ਇਹ ਜਿਹੜਾ ਸੈਨੀਟਾਈਜ਼ਰ ਹੈ ਇਹ ਕੀ ਲਾਈਕ ਇਹਦਾ ਵੀ ਕਿਹਾ ਗਿਆ ਵੀ ਇਹਦੇ ਸੇਵਨ ਕਰੋ, ਕਿੱਦਾਂ ਇਹਨੂੰ ਤੁਸੀਂ ਕਹਿਣ ਦਾ ਮਤਲਬ ਕਿ ਕਿੱਦਾਂ ਇਹਨੂੰ ਯੂਜ਼ ਕਰਨਾ ਹੈ। ਤੁਸੀਂ ਸੈਨੀਟਾਈਜ਼ਰ ਘੱਟੋ ਘੱਟ 70% ਅਲਕੋਹਲ ਵਾਲਾ ਸੈਨੀਟਾਈਜ਼ਰ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਉਹ ਕੀ ਕਰਦਾ, ਉਹ ਡਿਸਇਨਫੈਕਟੈਂਟ ਹੁੰਦਾ। ਜਿੱਦਾਂ ਹੀ ਅਸੀਂ ਉਹਨੂੰ ਆਪਦੇ ਹੱਥਾਂ ਦੇ ਰਬ ਕਰਨਾ ਹੈ, ਫਿਰ ਅਕਰੋਸ ਦੀ ਫਿੰਗਰ, ਫਿਰ ਉੱਪਰ ਰਬ ਕਰਨਾ ਹੈ, ਤਾਂ ਉਹ ਕੀ ਕਰਦਾ ਵੀ ਅਗਰ ਇਨ ਕੇਸ ਅਸੀਂ ਸਨੀਜ਼ ਕਰਦੇ ਹਾਂ ਜਾਂ ਕਿਤੇ ਪਬਲਿਕਲੀ ਕਿਤੇ ਹੱਥ ਲਾਉਂਦੇ ਹਾਂ ਜਿੱਥੇ ਪਹਿਲਾਂ ਕੋਈ ਇਨਫੈਕਟਡ ਬੰਦੇ ਨੇ ਆਪਦਾ ਹੱਥ ਲਾਇਆ ਹੋਵੇ, ਤਾਂ ਸੈਨੀਟਾਈਜ਼ਰ ਯੂਜ਼ ਕਰਾਂਗੇ ਤਾਂ ਜਿਹੜੇ ਉਹ ਜਰਮਸ ਨੇ ਜਾਂ ਉਹ ਵਾਇਰਸ ਹੈ ਉਹ ਸਾਡਾ ਹੱਥ 'ਚੋਂ ਠੀਕ ਕਹਿਣ ਦਾ ਮਤਲਬ ਕਿ ਉਹ ਖਤਮ ਹੋ ਜਾਣਗੇ। ਤਾਂ ਇਹ ਸਾਡੇ ਇਸ ਤਰ੍ਹਾਂ ਅਸੀਂ ਬਚਾਅ ਕਰ ਸਕਦੇ ਹਾਂ। ਅਤੇ ਇੱਕ ਹੋਰ ਗੱਲ ਕਹੀ ਗਈ ਹੈ ਕਿ ਉਹ ਤਾਂ ਓਬਵੀਅਸ ਹੈ ਵੀ ਸੋਸ਼ਲ ਡਿਸਟੈਂਸਿੰਗ, ਭਾਵ ਅਗਰ ਤੁਸੀਂ ਕਿਤੇ ਬਾਹਰ ਸੁਸਾਇਟੀਜ਼ 'ਚ ਜਾਂਦੇ ਹੋ, ਤੁਸੀਂ ਪਬਲਿਕ ਏਰੀਆ 'ਚ ਜਾਂਦੇ ਹੋ, ਤਾਂ ਘੱਟੋ ਘੱਟ ਤੁਹਾਡਾ 1.5 ਤੋਂ 2 ਮੀਟਰ ਦਾ ਜਿਹੜਾ ਫਾਸਲਾ ਹੈ ਉਹ ਆਪਸ ਵਿੱਚ ਹੋਣਾ ਚਾਹੀਦਾ ਹੈ। ਇਹਦੇ ਨਾਲ ਹੁੰਦਾ ਵੀ ਇਨ ਕੇਸ ਉਹ ਬੰਦੇ ਸਾਨੂੰ ਨਹੀਂ ਨਾ ਪਤਾ ਵੀ ਕਿਹਨੂੰ ਕਰੋਨਾ ਹੈਗਾ ਕਿਹਨੂੰ ਨਹੀਂ। ਬਹੁਤ ਕੇਸ ਇਹੋ ਜਿਹੇ ਨੇ ਜਿਹੜੇ ਸਾਇਲੈਂਟ ਨੇ, ਜਿਨ੍ਹਾਂ 'ਚ ਸਿੰਪਟਮ ਆਉਂਦੇ ਹੀ ਨਹੀਂ। ਬਹੁਤ ਲੋਕ ਇਹੋ ਜਿਹੇ ਨੇ, ਈਵਨ ਕਿ ਮੈਂ ਪਿੱਛੇ ਰਿਪੋਰਟ ਪੜ੍ਹ ਰਿਹਾ ਸੀ ਮਹਾਰਾਸ਼ਟਰ ਦੀ, ਉਹ ਕਹਿੰਦੇ ਉੱਥੇ ਸਭ ਤੋਂ ਜ਼ਿਆਦਾ ਕੇਸਿਸ ਮਹਾਰਾਸ਼ਟਰ 'ਚ ਨੇ ਇੰਡੀਆ 'ਚ। ਕਹਿੰਦੇ ਉੱਥੇ ਵੀ 80% ਲੋਕ ਉਹ ਨੇ ਜਿਨ੍ਹਾਂ 'ਚ ਸਿੰਪਟਮ ਹੀ ਨਹੀਂ। ਕਹਿੰਦਾ ਮਤਲਬ ਉਹ ਬਿਮਾਰ ਨਹੀਂ ਹੈ ਕਿ ਉਹਨਾਂ ਨੂੰ ਕੋਈ ਛਿੱਕ ਨਹੀਂ, ਕੋਈ ਜ਼ੁਕਾਮ ਨਹੀਂ, ਕੋਈ ਹੈਡੇਕ ਨਹੀਂ ਹੈਗਾ, ਉਹਨਾਂ ਨੂੰ ਦੇ ਆਰ ਨਾਟ ਇਲ, ਉਹ ਬਿਮਾਰ ਨਹੀਂ ਹੈਗੇ, ਉਹਨਾਂ 'ਚ ਕੋਈ ਸਿੰਪਟਮ ਨਹੀਂ, ਬਟ ਉਹਨਾਂ ਦੇ ਅੰਦਰ ਵਾਇਰਸ ਹੈਗਾ। ਤਾਂ ਹੁਣ ਸਾਨੂੰ ਨਹੀਂ ਪਤਾ ਨਾ ਕਿਹੜਾ ਬੰਦਾ ਇਨਫੈਕਟਡ ਹੈ ਕਿਹੜਾ ਨਹੀਂ ਹੈਗਾ। ਤਾਂ ਅਸੀਂ ਕੀ ਕਰਨਾ, ਇੱਕ ਦੂਰੀ ਬਣਾ ਕੇ ਰੱਖਣੀ ਹੈ, ਘੱਟੋ ਘੱਟ 1.5 ਤੋਂ 2 ਮੀਟਰ ਦੀ ਦੂਰੀ ਅਸੀਂ ਆਪਸ ਵਿੱਚ ਰੱਖਣੀ ਹੈ, ਤਾਂ ਕਿ ਇਨ ਕੇਸ ਅਗਰ ਉਹ ਬੰਦੇ ਨੂੰ ਇਹ ਇਨਫੈਕਸ਼ਨ ਹੈਗੀ ਵੀ ਹੈ ਤਾਂ ਉਹਦਾ ਕੋਈ ਡ੍ਰੌਪਲੇਟ ਹੈ ਨਾ ਉਸਦੇ ਮੂੰਹ ਦਾ ਨਿਕਲਿਆ ਹੋਇਆ ਜਾਂ ਵੀ ਅਸੀਂ ਉਹਦੇ ਬਿਲਕੁਲ ਵੀ ਕੰਟੈਕਟ 'ਚ ਨਾ ਆਈਏ। ਤਾਂ ਸੋਸ਼ਲ ਡਿਸਟੈਂਸਿੰਗ, ਜੇ ਤੁਸੀਂ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਵੀ ਜਿਹੜੀ ਉਹ ਸੰਬੋਧਨ ਕਰਦੇ ਨੇ ਰਾਸ਼ਟਰ ਨੂੰ, ਜੇ ਤੁਸੀਂ ਉਹਨਾਂ ਨੂੰ ਵੀ ਧਿਆਨ ਨਾਲ ਸੁਣੋ ਤਾਂ ਉਹ ਇਹਨਾਂ ਗੱਲਾਂ ਦੇ ਵਿੱਚ ਬਾਰ-ਬਾਰ ਇਹ ਗੱਲ ਕਹਿੰਦੇ ਨੇ, ਤੁਸੀਂ ਸੋਸ਼ਲ ਡਿਸਟੈਂਸਿੰਗ ਕਿਉਂ ਕਰਕੇ ਦੇਖੋ। ਐਗਰੀਕਲਚਰ ਕੰਟਰੀ ਹੈ ਸਾਡਾ। ਹੁਣ ਪਿੱਛੇ ਜੇ ਪੰਜਾਬ ਦੇ ਵਿੱਚ ਜਿਹੜਾ ਹਾਰਵੈਸਟਿੰਗ ਸੀਜ਼ਨ ਸੀ ਤਾਂ ਉੱਥੇ ਵੀ ਇਤਿਹਾਦ ਕਿਹਾ ਗਿਆ, ਭਾਵੇਂ ਤੁਸੀਂ ਆਪਣੀ ਫਸਲ ਮੰਡੀਆਂ 'ਚ ਲੈ ਕੇ ਜਾਣੀ ਹੈ ਬਟ ਫਿਰ ਵੀ ਤੁਸੀਂ ਉੱਥੇ ਇਹ ਸੋਸ਼ਲ ਡਿਸਟੈਂਸਿੰਗ ਨੂੰ ਜ਼ਰੂਰ ਫੋਲੋ ਕਰਨਾ ਹੈ, ਮਾਸਕ ਜ਼ਰੂਰ ਪਹਿਨਣਾ ਹੈ। ਤਾਂ ਲੋਕਾਂ ਨੇ ਫੋਲੋ ਕੀਤਾ, ਮਾਸਕ ਪਹਿਨੇ ਆ। ਤਾਂ ਬਾਰ-ਬਾਰ ਸਾਡੇ ਜਿਹੜੇ ਔਫੀਸ਼ੀਅਲਸ ਨੇ ਉਹ ਵੀ ਸਾਨੂੰ ਗਾਈਡ ਕਰਦੇ ਨੇ ਕਿ ਮਾਸਕ ਜ਼ਰੂਰ ਬੰਨੋ, ਚਾਹੇ ਇਹ ਤੁਹਾਡੇ ਲਈ ਹੈ, ਤੁਹਾਡੀ ਸੇਫਟੀ ਲਈ ਹੈ। ਕਿਵੇਂ ਸੇਫਟੀ ਲਈ ਹੈ, ਅਗਰ ਤੁਸੀਂ ਇਫੈਕਟਡ ਹੋ ਤਾਂ ਉਹ ਮਾਸਕ ਦੇ ਥਰੂ ਤੁਸੀਂ ਕਿਸੇ ਹੋਰ ਨੂੰ ਇਫੈਕਟ ਨਹੀਂ ਕਰੇਂਗੇ। ਹਾਂ, ਅਗਰ ਤੁਸੀਂ ਨਹੀਂ ਹੈਗੇ ਤਾਂ ਕੋਈ ਹੋਰ ਤੁਹਾਨੂੰ ਨਹੀਂ ਕਰੂਗਾ, ਕਿਉਂ ਕਰਕੇ ਉਹ ਮਾਸਕ ਬੈਰੀਅਰ ਐਕਟ ਕਰੂਗਾ। ਸੈਨੀਟਾਈਜ਼ਰ ਰੱਖੋ, ਇਨ ਕੇਸ ਤੁਸੀਂ ਕਿਸੇ ਜਿਹੜਾ ਕਰੋਨਾ ਵਾਲੇ ਬੰਦੇ ਦੇ ਕੰਟੈਕਟ 'ਚ ਆ ਵੀ ਜਾਂਦੇ ਹੋ ਤਾਂ ਕਿਉਂ ਕਰਕੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੰਤਾ ਤਾਂ ਅਸੀਂ ਤਾਂ ਮੂੰਹ ਨੂੰ ਬਹੁਤ ਟੱਚ ਕਰਦੇ ਹਾਂ ਹੱਥ, ਤਾਂ ਸੈਨੀਟਾਈਜ਼ਰ ਲਾਵਾਂਗੇ ਤਾਂ ਉਹ ਜਿਹੜੇ ਜਰਮਸ ਨੇ, ਜਿਹੜਾ ਵਾਇਰਸ ਹੈ ਸਾਡੇ ਹੱਥ ਤੋਂ ਖਤਮ ਹੋ ਜਾਊਗਾ। ਇਹ ਬਹੁਤ ਜ਼ਰੂਰੀ ਹੈ। ਇਹ ਜਿਹੜੇ ਮੈਜ਼ਰਸ ਨੇ ਇਹ ਸਾਨੂੰ ਲੈਣੇ ਚਾਹੀਦੇ ਨੇ। ਹਾਲੇ ਤੱਕ ਇਸ ਦੀ ਕੋਈ ਵੀ ਦਵਾ ਨਹੀਂ ਬਣੀ, ਇਹਦੀ ਕੋਈ ਵੈਕਸੀਨ ਨਹੀਂ ਬਣੀ, ਇਹਦੇ 'ਤੇ ਕੋਈ ਵੀ ਦਵਾ ਅਸਰ ਨਹੀਂ ਕਰਦੀ ਹੈਗੀ
ਚਾਹੇ ਡਿਫਰੈਂਟ ਕੰਬੀਨੇਸ਼ਨਸ ਦੇ ਵਿੱਚ ਮੈਡੀਸਿਨਸ ਦਿੱਤੀਆਂ ਜਾਂਦੀਆਂ ਨੇ, ਲੋਕ ਠੀਕ ਵੀ ਹੋਏ ਨੇ, ਬਟ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਹਾਂ ਇਹ ਮੈਡੀਸਿਨ ਹੀ ਕਰੋਨਾ ਦੀ ਮੈਡੀਸਿਨ ਹੈ, ਇਹਦੇ ਨਾਲ ਕਰੋਨਾ ਨੂੰ 100% ਠੀਕ ਕੀਤਾ ਜਾ ਸਕਦਾ ਹੈ। ਇਹ ਡਿਪੈਂਡ ਕਰਦਾ ਤੁਹਾਡੀ ਇਮਿਊਨਿਟੀ 'ਤੇ, ਤੁਹਾਡੀ ਬਾਡੀ ਦੀ ਲੜਨ ਸ਼ਕਤੀ 'ਤੇ, ਵੀ ਤੁਹਾਡੀ ਬਾਡੀ ਦੇ ਅੰਦਰ, ਤੁਹਾਡੀ ਬਾਡੀ ਅੰਦਰੋਂ ਕਿੰਨੀ ਕੁ ਸਟਰੋਂਗ ਹੈ, ਉਹ ਕਿੰਨਾ ਕੁ ਜਿਹੜੇ ਬਾਹਰਲੇ ਪੈਥੋਜਨਸ ਨੇ ਜਾਂ ਕੋਈ ਵੀ ਵਾਇਰਸ ਇਨਫੈਕਸ਼ਨ ਹੈ ਉਹਦੇ ਨਾਲ ਉਹਨੂੰ ਕਿੱਦਾਂ ਟੈਕਲ ਕਰਦੀ ਹੈ। ਤਾਂ ਤੁਹਾਡੀ ਇਮਿਊਨਿਟੀ 'ਤੇ ਬਹੁਤ ਜ਼ਿਆਦਾ ਨਿਰਭਰ ਹੈ ਕਿ ਉਹ ਇਸ ਵਾਇਰਸ ਇਨਫੈਕਸ਼ਨ ਨੂੰ ਕਿੱਦਾਂ ਲੈਂਦੀ ਹੈ। ਕੋਈ ਮੈਡੀਸਿਨ ਨਹੀਂ ਬਣੀ ਹੈਗੀ, ਤਾਂ ਇਸ ਲਈ ਪ੍ਰੀਕਾਸ਼ਨਸ ਇਜ਼ ਬੈਟਰ ਦੈਨ ਕਿਉਰ। ਤਾਂ ਸਾਨੂੰ ਪ੍ਰੀਕਾਸ਼ਨਸ ਰੱਖਣੀਆਂ ਚਾਹੀਦੀਆਂ ਨੇ, ਸਾਨੂੰ ਸੋਸ਼ਲ ਡਿਸਟੈਂਸਿੰਗ ਨੂੰ ਫੋਲੋ ਕਰਨਾ ਚਾਹੀਦਾ ਹੈ, ਸਾਨੂੰ ਪ੍ਰੋਪਰ ਮਾਸਕ ਲੈਣੇ ਚਾਹੀਦੇ ਨੇ, ਸਾਨੂੰ ਸੈਨੀਟਾਈਜ਼ਰ ਯੂਜ਼ ਕਰਨਾ ਚਾਹੀਦਾ ਹੈ, ਸਾਨੂੰ ਕਾफ़ੀ ਵਾਰ ਆਪਣੇ ਹੱਥ ਧੋਣੇ ਚਾਹੀਦੇ ਨੇ। ਅਗਰ ਤੁਸੀਂ ਸੈਨੀਟਾਈਜ਼ਰ ਨਹੀਂ ਯੂਜ਼ ਕਰਦੇ, ਘਰੋਂ ਜਾਓ ਪਹਿਲਾਂ ਹੱਥ ਧੋਵੋ, ਘਰੋਂ ਆਉਂਦੀ ਸਾਰ ਹੱਥ ਧੋਵੋ, ਠੀਕ ਹੈ ਜੀ। ਤਾਂ ਸੈਵਲੋਨ, ਡਿਟੋਲ, ਉਹਦੇ ਵਿੱਚ ਆਪਣੇ ਕੱਪੜਿਆਂ ਨੂੰ ਵਾਸ਼, ਕਿਹਾ ਜਾਂਦਾ ਕਿ ਉਹ ਡਿਸਇਨਫੈਕਟੈਂਟਸ ਨੇ, ਹੈ ਨਾ, ਇਨ ਕੇਸ ਕਈ ਵਾਰ ਤੋਂ ਕੋਈ ਕੱਪੜਿਆਂ ਦੇ ਉੱਪਰ ਕੁਛ ਇੱਦਾਂ ਦਾ ਹੋਵੇ, ਤਾਂ ਉਸ ਚੀਜ਼, ਇਹ ਸਾਰੇ ਮੇਜਰਸ ਨੇ, ਇਹਤਿਆਤ ਨੇ ਜਿਹੜੇ ਤੁਹਾਨੂੰ ਵਰਤਣੇ ਪੈਣੇ ਨੇ, ਤਾਂ ਹੀ ਆਪਾਂ ਇਹ ਮਹਾਮਾਰੀ ਤੋਂ ਬਚ ਸਕਦੇ ਹਾਂ। ਤਾਂ ਹੁਣ ਇਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਇਹ ਜਿਹੜਾ ਵਾਇਰਸ ਹੈ ਇਹ ਕਿੱਦਾਂ ਆਪਣੇ ਅੰਦਰ ਜਾ ਕੇ ਕਿਹੜੇ ਔਰਗਨਸ ਨੂੰ ਟਾਰਗੇਟ ਕਰਦਾ ਹੈ ਅਤੇ ਕਿੱਦਾਂ ਇਹ ਸਾਨੂੰ ਸਵੀਅਰਲੀ ਇਲ ਕਰਦਾ ਹੈ। ਥੈਂਕਸ ਅ ਲੋਟ। ਬਹੁਤ ਹੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ, ਮੈਂ ਤੁਹਾਨੂੰ ਦੱਸੂਗਾ ਕਿ ਇਹ ਜਦੋਂ ਵਾਇਰਸ ਸਾਡੀ ਬਾਡੀ ਦੇ ਅੰਦਰ ਐਂਟਰ ਕਰਦਾ ਹੈ ਤਾਂ ਇਹ ਕਿੱਦਾਂ ਸਾਨੂੰ ਬਿਮਾਰ ਬਣਾ ਦਿੰਦਾ ਹੈ, ਕਿੱਦਾਂ ਇਹ ਜਿਹੜਾ ਵੀ ਬੰਦੇ ਨੂੰ ਵੈਂਟੀਲੇਟਰ ਤੱਕ ਲੈ ਜਾਂਦਾ ਹੈ, ਕਿੱਦਾਂ ਉਹ ਜਿਹੜਾ ਕੇਸ ਉਹ ਵਰਸਟ ਬਣ ਜਾਂਦਾ ਹੈ, ਠੀਕ ਹੈ ਜੀ। ਦੇਖੋ, ਸਭ ਤੋਂ ਪਹਿਲਾਂ ਤਾਂ ਜੇ ਅਸੀਂ ਇਸ ਵਾਇਰਸ ਦਾ ਸਟਰਕਚਰ ਦੇਖੀਏ ਤਾਂ ਤੁਸੀਂ ਦੇਖਿਆ ਕਿ ਇਸ ਵਾਇਰਸ ਦੇ ਸਰਫੇਸ 'ਤੇ ਨਾ ਸਪਾਈਕਸ ਨੇ, ਇੱਦਾਂ ਐਕਚੁਅਲੀ ਉਹ ਦਿਖਾਉਂਦੇ ਹੁੰਦੇ ਨੇ, ਕਈ ਵਾਰ ਤੁਸੀਂ ਟੀ ਵੀ 'ਤੇ ਦੇਖਦੇ ਹੋ ਇੱਦਾਂ ਗੋਲ ਘੁੰਮਦਾ ਉਹ ਦਿਖਾਉਂਦੇ ਹੁੰਦੇ ਨੇ, ਉਹਦੇ ਇੱਦਾਂ ਸਪਾਈਕਸ ਹੁੰਦੀਆਂ ਨੇ ਬਾਹਰ ਨੂੰ ਨਿਕਲੀਆਂ ਹੋਈਆਂ, ਅਤੇ ਉਹ ਪ੍ਰੋਟੀਨ ਐਕਚੁਅਲੀ ਦੇ ਆਰ ਮੇਡ ਅਪ ਆਫ ਪ੍ਰੋਟੀਨ। ਉਸ ਤੋਂ ਬਾਅਦ ਇੱਕ ਇਨਵੈਲਪ ਹੈ ਪੂਰਾ, ਠੀਕ ਹੈ, ਅਤੇ ਅੰਦਰ ਇਹਦਾ ਜੈਨੇਟਿਕ ਮਟੀਰੀਅਲ ਹੈ, RNA। ਤਾਂ ਹੁੰਦਾ ਕੀ ਹੈ, ਜਿਵੇਂ ਇਹ ਸਾਡੀ ਬਾਡੀ ਦੇ ਅੰਦਰ ਥਰੂ ਨੋਸਟ੍ਰਿਲ ਜਾਂ ਕੰਟੈਕਟ ਜਾਂ ਅਸੀਂ ਮਾਊਥ ਦੇ ਥਰੂ ਇਹ ਸਾਡੇ ਅੰਦਰ ਚਲਿਆ ਗਿਆ, ਕਿਸੇ ਵੀ ਤਰ੍ਹਾਂ ਨਾਲ ਇਹ ਸਾਡੇ ਅੰਦਰ ਚਲਿਆ ਗਿਆ, ਤਾਂ ਇਹਨੇ ਸਾਡਾ ਰੈਸਪੀਰੇਟਰੀ ਟਰੈਕ ਦੇ ਥਰੂ ਲੰਗਸ ਤੱਕ ਜਾਣਾ ਹੁੰਦਾ ਹੈ। ਸਭ ਤੋਂ ਪਹਿਲਾਂ ਨੋਸਟ੍ਰਿਲ, ਫਿਰ ਨੈਸਲ ਪੈਸਿਸ, ਲੈਰਿੰਗਸ ਹੋ ਗਿਆ ਇੱਥੋਂ, ਠੀਕ ਹੈ, ਟਰੈਕੀਆ, ਅਤੇ ਉਸ ਤੋਂ ਬਾਅਦ ਨੀਚੇ ਹੁੰਦਾ ਹੋਇਆ ਇੱਥੋਂ 2 ਟਿਊਬਸ ਨਿਕਲਦੀਆਂ ਨੇ ਜਿਨ੍ਹਾਂ ਨੂੰ ਅਸੀਂ ਬ੍ਰੌਂਕਸ ਕਹਿ ਦਿੰਦੇ ਹਾਂ। ਉਹ ਟਿਊਬਸ ਫਿਰ ਸਾਡੇ ਲੰਗਸ ਦੇ ਵਿੱਚ ਜਾਂਦੀਆਂ ਨੇ, ਲੰਗਸ ਦੇ ਵਿੱਚ ਜਾ ਕੇ ਉਹ ਬ੍ਰੈਂਕੀਓਲਸ ਦੇ ਵਿੱਚ ਛੋਟੀਆਂ ਨਾਲੀਆਂ, ਬਾਲ ਜਿੰਨੀਆਂ ਬਰੀਕ, ਉਹਨਾਂ 'ਚ ਜਾਂਦੀਆਂ ਨੇ, ਅਤੇ ਹਰੇਕ ਬ੍ਰੈਂਕੀਓਲ ਦੇ ਐਂਡ ਦੇ ਉੱਪਰ ਇੱਕ ਬੈਲੂਨ ਲਾਈਕ ਸਟਰਕਚਰ ਹੁੰਦਾ, ਦੈਟ ਇਜ਼ ਕਾਲਡ ਐਲਵੋਲਾਈ। ਉਹ ਜਿਹੜਾ ਬੈਲੂਨ ਲਾਈਕ ਸਟਰਕਚਰ ਹੈ ਉਹ ਇਟ ਇਜ਼ ਹਾਈਲੀ ਰਿਚ ਇਨ ਬਲੱਡ ਸਪਲਾਈ, ਉੱਥੇ ਬਹੁਤ ਬਲੱਡ ਵੈਸਲਸ ਨੇ, ਅਤੇ ਇਹ ਜਿਹੜੀ ਏਅਰ ਹੈ ਜਿਵੇਂ ਸਾਡੇ ਅੰਦਰ ਜਾਂਦੀ ਹੈ, ਏਅਰ ਜਿਵੇਂ ਸਾਡੀ ਜਿਹੜੀ ਅਸੀਂ ਸਾਹ ਲਿਆ, ਜਿਹਦੇ ਵਿੱਚ ਅਸੀਂ ਵਾਇਰਸ ਨੂੰ ਵੀ ਆਪਣੇ ਅੰਦਰ ਲੈ ਗਏ, ਹੈ ਨਾ, ਉਹ ਸਾਰੀ ਫਿਰ ਜਿਹੜਾ ਵਾਇਰਸ ਹੈ ਉਹ ਉਸ ਹਵਾ ਦੇ ਨਾਲ ਹੀ ਸਾਡੇ ਇਹੀ ਪੈਸੇਜ ਦੇ ਥਰੂ ਸਾਡੇ ਰੈਸਪੀਰੇਟਰੀ ਸਿਸਟਮ ਦੇ ਵਿੱਚ ਐਂਟਰ ਕਰਦਾ ਹੈ। ਹੁਣ ਮੈਂ ਤੁਹਾਨੂੰ ਦੱਸਿਆ ਉਹਦਾ ਜਿਹੜਾ ਸਟਰਕਚਰ ਆ ਉੱਥੇ ਸਪਾਈਕਸ ਹੁੰਦੀਆਂ ਨੇ ਉੱਪਰ ਉਹਦੇ, ਤੁਸੀਂ ਦੇਖਿਓ। ਤਾਂ ਹੁਣ ਜਿਵੇਂ ਉਹ ਸਾਡੇ ਅੰਦਰ ਚਲਿਆ ਗਿਆ ਤਾਂ ਸਭ ਤੋਂ ਪਹਿਲਾਂ ਗਲ, ਟਰੈਕੀਆ, ਇੱਥੇ ਦੇ ਸੈਲਸ ਦੇ ਵਿੱਚ ਉਹ ਜਿੱਦਾਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਾਪੀ ਦਿਖਾ ਦਿੰਦਾ, ਜਿੱਦਾਂ ਫੋਰ ਐਗਜ਼ਾਮਪਲ ਆਹ ਸੈੱਲ ਹੈ, ਆਹ ਸਾਡਾ ਸੈੱਲ ਹੈ, ਠੀਕ ਹੈ। ਇਸ ਸੈੱਲ ਦੇ ਉੱਪਰ ਰਿਸੈਪਟਰਸ ਹੁੰਦੇ ਨੇ, ਥੀਸ ਆਰ ਕਾਲਡ ਰਿਸੈਪਟਰਸ।
ਤਾਂ ਆ ਜਿਹੜਾ ਇਹ ਕਰੋਨਾ ਦਾ ਮੋਲੀਕਿਊਲ ਹੈ, ਤਾਂ ਇਹ ਜਿਹੜਾ ਰਿਸੈਪਟਰ ਹੈ ਇਹ ਇਹਦੇ ਵਿੱਚ ਫਿੱਟ ਹੋ ਜਾਂਦਾ ਹੈ। ਦਿਸ ਇਜ਼ ਕਰੋਨਾ ਵਾਇਰਸ। ਆ ਕੀ ਆ? ਬੋਡੀ ਸੈੱਲ। ਤਾਂ ਜਦੋਂ ਇਹ ਇਹਦੇ ਵਿੱਚ ਫਿੱਟ ਹੋ ਗਿਆ ਤਾਂ ਇਹ ਇਹਦੇ ਅੰਦਰ ਸੈੱਲ ਦੇ ਅੰਦਰ ਐਂਟਰ ਕਰ ਜਾਂਦਾ ਹੈ। ਦੇਖੋ ਧਿਆਨ ਨਾਲ, ਆ ਸਾਡਾ ਸੈੱਲ ਹੈ, ਆ ਸਾਡਾ ਕਰੋਨਾ ਹੈ। ਤਾਂ ਆ ਦੀਜ਼ ਆਰ ਰਿਸੈਪਟਰਸ, ਆ ਰਿਸੈਪਟਰ ਹੈ। ਤਾਂ ਜਿਹੜੀਆਂ ਉਹਦੀਆਂ ਸਪਾਈਕਸ ਨੇ ਉਹ ਇਸ ਰਿਸੈਪਟਰ ਦੇ ਵਿੱਚ ਬਿਲਕੁਲ ਫਿੱਟ ਹੋ ਜਾਂਦੀਆਂ ਨੇ ਅਤੇ ਫਿਰ ਬਾਅਦ ਵਿੱਚ ਉਹ ਸੈੱਲ ਦੇ ਅੰਦਰ ਚਲਿਆ ਜਾਂਦਾ ਹੈ। ਹੁਣ ਇੱਥੇ ਤੱਕ ਤੁਹਾਨੂੰ ਪਤਾ ਲੱਗ ਗਿਆ। ਹੁਣ ਜਿਹੜਾ ਸੈੱਲ ਹੈ ਉਹਦੇ ਅੰਦਰ ਡਿਫਰੈਂਟ ਸੈੱਲ ਆਰਗੇਨਲਸ ਹੁੰਦੇ ਨੇ। ਨਿਊਕਲੀਅਸ, ਗੋਲਗੀ ਆਪਰੇਟਸ, ਐਂਡੋਪਲਾਜ਼ਮਿਕ ਰੈਟੀਕੂਲਮ, ਵੈਕਿਊਲਸ ਅਤੇ ਰਾਈਬੋਸੋਮਸ ਬਹੁਤ ਹੁੰਦੇ ਨੇ। ਪਲਾਸਟਿਡਸ ਵੀ ਹੁੰਦੇ ਨੇ। ਅਤੇ ਹੁਣ ਆ ਜਿਹੜੇ ਰਾਈਬੋਸੋਮਸ ਨੇ, ਦੇ ਆਰ ਪ੍ਰੋਟੀਨ ਫੈਕਟਰੀਜ਼। ਤਾਂ ਕੀ ਕਰਦਾ ਹੈ ਵਾਇਰਸ? ਚਲੋ ਮੈਂ ਤੁਹਾਨੂੰ ਇੱਕ ਪਹਿਲਾਂ ਵਾਇਰਸ ਬਾਰੇ ਨਾ ਥੋੜ੍ਹੀ ਜਿਹੀ ਛੋਟੀ ਗੱਲ ਹੋਰ ਦੱਸ ਦਿੰਦਾ। ਵਾਇਰਸ ਸਾਡੀ ਬੋਡੀ ਤੋਂ ਅਗਰ ਬਾਹਰ ਹੈ ਤਾਂ ਉਹ ਨੌਨ ਲਿਵਿੰਗ ਹੈ, ਉਹ ਰੀਪਰੋਡਕਸ਼ਨ ਨਹੀਂ ਕਰ ਸਕਦਾ, ਉਹ ਆਪਦੇ ਆਪ ਨੂੰ ਮਲਟੀਪਲਾਈ ਨਹੀਂ ਕਰ ਸਕਦਾ। ਉਹਨੂੰ ਮਲਟੀਪਲਾਈ ਕਰਨ ਲਈ ਹਮੇਸ਼ਾ ਜਿਉਂਦੇ ਸੈੱਲ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਉਹ ਸਾਡੀ ਬੋਡੀ ਦੇ ਅੰਦਰ ਆ ਜਾਂਦਾ ਉਹ ਐਕਟਿਵ ਹੋ ਜਾਂਦਾ ਹੈ। ਅਤੇ ਸਾਡੇ ਬੋਡੀ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੈੱਲਸ ਦੇ ਵਿੱਚੋਂ ਕਿੱਦਾਂ ਵੱਢਦਾ, ਠੀਕ ਹੈ, ਔਰ ਰਿਸੈਪਟਰ ਨੇ ਦੇ ਨਾਲ ਬਿਲਕੁਲ ਸਟਿਕ ਕਰ ਜਾਂਦਾ ਅਤੇ ਫਿਰ ਰਿਸੈਪਟਰ ਨੂੰ ਲੌਕ ਕਰਦਾ ਸੈੱਲ ਦੇ ਅੰਦਰ ਆਉਣ ਲਈ। ਤਾਂ ਅੰਦਰ ਚਲਿਆ ਜਾਂਦਾ, ਉੱਥੇ ਰਾਈਬੋਸੋਮ ਹੈ। ਰਾਈਬੋਸੋਮ ਨੂੰ ਯੂਜ਼ ਕਰਕੇ ਦੇਖੋ ਜਿਹੜੇ ਹੋਰ ਵਾਇਰਸ ਹੁੰਦੇ ਨੇ ਉਹ ਨਿਊਕਲੀਅਸ ਤੱਕ ਅਪਰੋਚ ਕਰਦੇ ਨੇ, ਬਟ ਜਿਹੜਾ ਇਹ ਵਾਲਾ ਵਾਇਰਸ ਹੈ, ਦਿਸ ਕਰੋਨਾ ਵਾਇਰਸ ਨੋਵਲ ਕੋਵਿਡ-19, ਇਹ ਰਾਈਬੋਸੋਮ ਨੂੰ ਯੂਜ਼ ਕਰਦਾ ਹੈ। ਰਾਈਬੋਸੋਮ ਨੂੰ ਯੂਜ਼ ਕਰਕੇ ਇਹ ਆਪਦਾ ਜੈਨੇਟਿਕ ਮਟੀਰੀਅਲ ਹੈ ਜਿਹੜਾ ਇਹਦਾ RNA ਉਹਦੀਆਂ ਕਾਪੀਜ਼ ਤਿਆਰ ਕਰਦਾ ਹੈ ਅਤੇ ਉਸੇ ਸੈੱਲ ਦੇ ਵਿੱਚ ਇਹ ਮਲਟੀਪਲਾਈ ਹੁੰਦਾ ਹੈ। ਭਾਵ ਜੇ ਇੱਕ ਕਰੋਨਾ ਵਾਇਰਸ ਤੁਹਾਡੇ ਸੈੱਲ ਦੇ ਅੰਦਰ ਬਣਿਆ ਤਾਂ ਉਹ ਮਲਟੀਪਲ ਕਾਪੀਜ਼ ਯੂਜ਼ ਕਰੂਗਾ ਤੁਹਾਡੇ ਸੈੱਲ ਦੀ ਮਸ਼ੀਨਰੀ ਨੂੰ ਯੂਜ਼ ਕਰਕੇ, ਮਲਟੀਪਲ ਕਾਪੀਜ਼ ਬਣਾਊਗਾ ਤੁਹਾਡੇ ਸੈੱਲ ਦੀ ਮਸ਼ੀਨਰੀ ਨੂੰ ਯੂਜ਼ ਕਰਕੇ, ਦੈਟ ਇਜ਼ ਰਾਈਬੋਸੋਮ ਨੂੰ ਯੂਜ਼ ਕਰਕੇ। ਅਤੇ ਇੱਕ ਵਾਇਰਸ ਬੜਿਆ ਕਰੋਨਾ ਦਾ ਤਾਂ ਹੋ ਸਕਦਾ 20 ਬਣ ਕੇ ਨਿਕਲਣ ਅੰਦਰੋਂ। ਤਾਂ ਉਹ ਲਿਵਿੰਗ ਸਟੇਟ ਦੇ ਵਿੱਚ ਕੰਮ ਕਰਦਾ ਸਾਡੀ ਬੋਡੀ 'ਚ ਅਤੇ ਇੱਦਾਂ ਆਪਣੀਆਂ ਮਲਟੀਪਲ ਕਾਪੀਜ਼ ਤਿਆਰ ਕਰ ਲੈਂਦਾ ਹੈ। ਹੁਣ ਜਿਹੜੀਆਂ ਅਸੀਂ ਮੈਡੀਸਿਨਸ ਲੈਂਦੇ ਹਾਂ, ਜਿਹੜੀਆਂ ਅਸੀਂ ਐਂਟੀ ਰੈਟਰੋਵਾਇਰਲ ਮੈਡੀਸਿਨਸ ਨੇ ਸਾਡੇ ਕੋਲ, ਹੈ ਨਾ, ਐਂਟੀਵਾਇਰਲ ਲਾ ਲਓ ਮੈਡੀਸਿਨਸ ਨੇ ਜਿਹੜੀਆਂ, ਉਹ ਕੀ ਕੰਮ ਕਰਦੀਆਂ ਨੇ? ਉਹ ਤੁਹਾਨੂੰ ਮੈਂ ਫਿਰ ਦੱਸਦਾ। ਜਿੱਦਾਂ ਆਹ ਸਾਡਾ ਸੈੱਲ ਹੈ, ਫੋਰ ਐਗਜ਼ਾਮਪਲ ਆਹ ਸਾਡਾ ਸੈੱਲ ਹੈ, ਦਿਸ ਇਜ਼ ਆਵਰ ਸੈੱਲ। ਤਾਂ ਇੱਥੇ ਜਿਹੜਾ ਰਿਸੈਪਟਰ ਹੈ ਨਾ, ਇਹਦਾ ਜਿਹੜਾ ਉੱਪਰ ਰਿਸੈਪਟਰ, ਦਿਸ ਇਜ਼ ਰਿਸੈਪਟਰ, ਜਿੱਥੇ ਕਰੋਨਾ ਨੇ ਆ ਕੇ ਖੜਨਾ ਹੈ, ਇਹਨੂੰ ਉਹ ਕੀ ਕਰ ਦਿੰਦੀਆਂ ਨੇ? ਬਲੋਕ ਕਰ ਦਿੰਦੀਆਂ ਨੇ ਜਿਹੜੀਆਂ ਅਸੀਂ ਮੈਡੀਸਿਨਸ ਲੈਂਦੇ ਹਾਂ। ਤਾਂ ਜਿਵੇਂ ਹੀ ਉਹ ਇਹਨਾਂ ਨੂੰ ਬਲੋਕ ਕਰਨਗੀਆਂ ਤਾਂ ਕਰੋਨਾ ਸਾਡੇ ਸੈੱਲ ਦੇ ਵਿੱਚ ਆ ਕੇ ਐਂਟਰੀ ਨਹੀਂ ਹੋਊਗਾ, ਤਾਂ ਸਾਡੇ ਸੈੱਲ ਸੇਫ ਹੋ ਜਾਣਗੇ। ਹੌਲੀ 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 ਸਾਡੀ ਜਿਹੜੀ ਸਰੀਰ ਦੀ ਇਮਿਊਨਿਟੀ ਹੈ ਉਹ ਕਰੋਨਾ ਨੂੰ ਖਤਮ ਕਰ ਦੂਗੀ। ਹੁਣ ਕਰੋਨਾ ਨੇ ਤਾਂ ਜਾ ਕੇ ਆਪਣੀ ਜਿਹੜੀ ਫੌਜ ਹੈ ਨਾ, ਜਿਹੜਾ ਉਹਦਾ ਨੰਬਰ ਹੈ ਉਹਦਾ ਹਜ਼ਾਰਾਂ ਕਰੋੜਾਂ 'ਚ ਕਰ ਲੈਂਦਾ ਉਹਦਾ, ਬਟ ਜਦੋਂ ਉਹਦਾ ਨੰਬਰ ਹੀ ਨਹੀਂ ਇਨਕਰੀਜ਼ ਹੋਊਗਾ ਤਾਂ ਜਿਹੜੀ ਸਾਡੀ ਬੋਡੀ ਦੀ ਇਮਿਊਨਿਟੀ ਹੋਊਗੀ ਉਹਨੂੰ ਖਤਮ ਕਰ ਦੂਗੀ। ਜਿਹੜੀਆਂ ਮੈਡੀਸਿਨਸ ਨੇ ਉਹ ਇੱਦਾਂ ਜਿਹੜੇ ਸਾਡੇ ਸੈੱਲ ਦੇ ਰਿਸੈਪਟਰਸ ਨੇ ਇਹਨਾਂ ਨੂੰ ਬਲੋਕ ਕਰ ਦਿੰਦੀਆਂ ਨੇ। ਹੁਣ ਸੈੱਲ ਜਿਹੜਾ ਕਰੋਨਾ ਹੈ ਉਹ ਸਾਡੇ ਸੈੱਲ ਦੇ ਵਿੱਚ ਐਂਟਰੀ ਨਹੀਂ ਕਰੂਗਾ। ਉਸ ਤੋਂ ਇਲਾਵਾ ਜਿਹੜੀ ਵੈਕਸੀਨ ਹੁੰਦੀ ਹੈ, ਵੈਕਸੀਨ ਦਾ ਕੀ ਫਿਨੋਮੀਨਾ ਹੁੰਦਾ ਹੈ? ਵੈਕਸੀਨ ਦੇ ਵਿੱਚ ਇਹ ਸੇਮ ਜਿਸ ਚੀਜ਼ ਦੀ ਵੀ ਵੈਕਸੀਨ ਆਪਾਂ ਨੇ ਤਿਆਰ ਕਰਨੀ ਹੁੰਦੀ ਹੈ, ਉਸ ਵਾਇਰਸ ਨੂੰ ਅਸੀਂ ਇੰਨਾ ਕੁ ਕਮਜ਼ੋਰ ਕਰ ਦਿੰਦੇ ਹਾਂ, ਉਹਨੂੰ ਅੱਧਮਰਿਆ ਕਰ ਦਿੰਦੇ ਹਾਂ, ਫਿਰ ਉਸ ਤੋਂ ਬਾਅਦ ਉਹਨੂੰ ਇੰਜੈਕਟ ਕਰਦੇ ਹਾਂ ਹਿਊਮਨ ਬੋਡੀ 'ਚ। ਫਿਰ ਹਿਊਮਨ, ਹੁਣ ਦੇਖੋ ਪਹਿਲਾਂ ਹੀ ਵਾਇਰਸ ਹੈ ਜਿਹੜਾ ਉਹ ਕਮਜ਼ੋਰ ਹੈ, ਹਿਊਮਨ ਬੋਡੀ 'ਚ ਪਾਤਾ ਤੁਸੀਂ, ਅਤੇ ਹਿਊਮਨ ਬੋਡੀ 'ਚ ਆਲਰੇਡੀ ਇਮਿਊਨਿਟੀ ਹੈ, ਵਾਈਟ ਬਲੱਡ ਸੈਲਸ ਨੇ, ਮਾਈਕਰੋਫੇਜ਼ਿਸ ਨੇ, ਉਹ ਸਾਰੇ ਸਾਡੀ ਬੋਡੀ ਨੂੰ ਪ੍ਰੋਟੈਕਟ ਕਰਦੇ ਨੇ। ਤਾਂ ਸਾਡੀ ਬੋਡੀ ਉਸ ਜਿਹੜਾ ਅਸੀਂ ਇੰਜੈਕਟ ਕੀਤਾ ਵਾਇਰਸ, ਅੱਧਮਰਿਆ ਵਾਇਰਸ ਜਿਹੜਾ ਬਿਲਕੁਲ ਵੀ ਸ਼ਕਤੀਸ਼ਾਲੀ ਨਹੀਂ ਹੈਗਾ, ਕਮਜ਼ੋਰ ਹੈ, ਕੁਛ ਨਹੀਂ ਕਰ ਸਕਦਾ ਉਹ, ਤਾਂ ਸਾਡੀ ਬੋਡੀ ਉਹਦੇ ਅਗੇਂਸਟ ਐਂਟੀਬੋਡੀਜ਼ ਬਣਾ ਲੈਂਦੀ ਹੈ, ਐਂਟੀਬੋਡੀਜ਼ ਬਣਾ ਲੈਂਦੀ ਹੈ ਅਤੇ ਉਸ ਵਾਇਰਸ ਨੂੰ ਡਿਸਟਰੋਏ ਕਰ ਦਿੰਦੀ ਹੈ। ਹੁਣ ਫੇਰ ਕਦੇ ਲਾਈਫ ਦੇ ਵਿੱਚ ਜਦੋਂ ਵਾਇਰਸ ਸਾਡੀ ਬੋਡੀ 'ਚ ਐਂਟਰ ਹੋਊਗਾ, ਚਾਹੇ ਉਹ ਸਟਰੋਂਗ ਬਣ ਕੇ ਐਂਟਰ ਹੋਵੇ, ਤਾਂ ਉਹ ਜਿਹੜੀਆਂ ਐਂਟੀਬੋਡੀਜ਼ ਆਲਰੇਡੀ ਬਣੀਆਂ ਹੋਈਆਂ ਹੁੰਦੀਆਂ ਨੇ ਸਾਡੀ ਬੋਡੀ 'ਚ, ਤਾਂ ਜਦੋਂ ਐਂਟੀਬੋਡੀਜ਼ ਐਕਟੀਵੇਟ ਹੋਣਗੀਆਂ ਉਸ ਵਾਇਰਸ ਨੂੰ ਖਤਮ ਕਰ ਦੇਣਗੀਆਂ।
ਇਹ ਹੁੰਦਾ ਵੈਕਸੀਨੇਸ਼ਨ ਦਾ ਫੰਡਾ। ਇੱਦਾਂ ਹੀ ਸਮਾਲ ਪੌਕਸ ਦੀ ਅਸੀਂ ਵੈਕਸੀਨੇਸ਼ਨ ਬਣਾਈ ਹੈ, ਜਿਹੜੀਆਂ ਹੋਰ ਡਿਸੀਜ਼ਸ ਨੇ ਅਸੀਂ ਉਹਨਾਂ ਦੀ ਵੈਕਸੀਨੇਸ਼ਨ ਬਣਾਈ ਹੈ। ਸੇਮ ਵੈਕਸੀਨੇਸ਼ਨ ਹੈ ਜਿਹੜੀ ਇਸ ਵਾਇਰਸ ਦੇ ਉੱਪਰ ਵੀ ਕੰਮ ਚੱਲ ਰਿਹਾ ਹੈ, ਠੀਕ ਹੈ ਜੀ। ਕਿਉਂ ਕਰਕੇ ਇਹ ਆਲਰੇਡੀ ਕਹਿਣ ਦਾ ਮਤਲਬ ਕਰੋਨਾ ਦੇ ਵਿੱਚ ਇਹ ਇੱਕ ਇੱਦਾਂ ਵੀ ਕਿਹਾ ਜਾਂਦਾ ਵੀ ਕਰੋਨਾ ਵਾਇਰਸ ਦੇ ਵਿੱਚ ਕੁਛ ਮਿਊਟੇਸ਼ਨਸ ਹੋ ਗਈਆਂ ਅਤੇ ਉਸ ਤੋਂ ਇਹ ਜਿਹੜਾ ਵਾਇਰਸ ਹੈ ਬਹੁਤ ਸਟਰੋਂਗ ਬਣ ਗਿਆ। ਤਾਂ ਹੁਣ ਇਹਦੀ ਵੈਕਸੀਨ 'ਚ ਤਾਂ ਹੀ ਟਾਈਮ ਲੱਗ ਰਿਹਾ ਹੈ। ਹੁਣ ਇਹ ਤਾਂ ਦੋ ਚੀਜ਼ਾਂ ਨੇ ਜਿਨ੍ਹਾਂ ਦੇ ਥਰੂ ਮੈਂ ਤੁਹਾਨੂੰ ਦੱਸਦਾ ਵੀ ਇੱਕ ਮੈਡੀਸਿਨ ਦੇ ਥਰੂ ਕਿੱਦਾਂ ਇਹਨੂੰ ਰੋਕਦੇ ਨੇ, ਇੱਕ ਵੈਕਸੀਨ ਦੇ ਥਰੂ ਇਹਨੂੰ ਕਿੱਦਾਂ ਰੋਕਦੇ ਨੇ। ਚਲੋ ਹੁਣ ਆਪਾਂ ਵਾਪਸ ਗੱਲ ਕਰਦੇ ਹਾਂ ਵੀ ਜਦੋਂ ਇਹ ਸਾਡੇ ਸੈਲਸ ਦੇ ਵਿੱਚ ਐਂਟਰ ਕਰ ਜਾਂਦਾ ਹੈ ਤਾਂ ਰਾਈਬੋਸੋਮ ਨੂੰ ਯੂਜ਼ ਕਰਕੇ ਇਹਨੇ ਆਪਦਾ ਜੈਨੇਟਿਕ ਮਟੀਰੀਅਲ ਡਬਲ ਕਰ ਲੈਣਾ ਅਤੇ ਡਬਲ ਕਰਨ ਤੋਂ ਬਾਅਦ ਇਹਦੀਆਂ ਜਿਹੜੀਆਂ ਇੱਕ ਸੈੱਲ ਦੇ ਵਿੱਚ ਅਗਰ ਇੱਕ ਵਾਇਰਸ ਬੜਿਆ, ਇੱਕ ਕਰੋਨਾ ਬੜਿਆ ਤਾਂ ਉੱਥੇ ਘੱਟੋ ਘੱਟ 20-25 ਕਾਪੀਆਂ ਬਣ ਕੇ ਉਸ ਸੈੱਲ ਤੋਂ ਨਿਕਲ ਜਾਂਦੀਆਂ ਨੇ, ਸੈੱਲ ਖਤਮ ਹੋ ਜਾਂਦਾ ਹੈ। ਅਤੇ ਇਹ ਆਪਦੇ ਆਪ ਨੂੰ ਕੀ ਕਰਦਾ ਹੈ, ਮਲਟੀਪਲਾਈ ਕਰ ਲੈਂਦਾ, ਇਹ ਆਪਦਾ ਨੰਬਰ ਹੈ ਜਿਹੜਾ ਹਜ਼ਾਰਾਂ 'ਚ ਕਰ ਲੈਂਦਾ। ਤਾਂ ਹੁਣ ਇਸ ਦੇ ਵਿੱਚ ਇਹ ਇਨਫੈਕਸ਼ਨ ਦਾ ਜਿਹੜੀ ਹੈਗੀ ਆ ਸਾਡੀ ਉਹਨੂੰ ਗਲਤ ਤੋਂ ਸਟਾਰਟ ਹੋ ਜਾਂਦੀ ਹੈ। ਤਾਂ ਜਿਹੜਾ ਵਾਇਰਸ ਹੈ ਫੈਲਦਾ ਬ੍ਰੌਂਕਸ ਦੇ ਥਰੂ ਜਦੋਂ ਸਾਡੇ ਲੰਗਸ ਦੇ ਵਿੱਚ ਜਾਂਦਾ ਹੈ ਤਾਂ ਲੰਗਸ ਦਾ ਲਾਸਟ ਸਟੇਜ ਜਿੱਥੇ ਜਾ ਕੇ ਜਿਹੜੀ ਹਵਾ ਐਕਸਚੇਂਜ ਹੁੰਦੀ ਹੈ, ਜਿਹੜੀ ਅਸੀਂ ਏਅਰ ਬਰੀਥ ਇਨ ਕਰਦੇ ਹਾਂ, ਇਨਹੇਲ ਕਰਦੇ ਹਾਂ, ਉਹ ਐਲਬਲਾਈ 'ਚ ਜਾ ਕੇ ਸਾਡੇ ਬਲੱਡ ਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਹੈ ਉਹਦੇ ਨਾਲ ਐਕਸਚੇਂਜ ਕਰ ਜਾਂਦੀ ਹੈ, ਠੀਕ ਹੈ ਜੀ। ਗੈਸਿਸ ਐਕਸਚੇਂਜ ਕਿੱਥੇ ਹੁੰਦੀਆਂ ਨੇ, ਐਲਬਲਾਈ 'ਚ। 10th ਕਲਾਸ ਦਾ ਚੈਪਟਰ ਹੈ ਰੈਸਪੀਰੇਟਰੀ ਸਿਸਟਮ, ਉੱਥੇ ਉਹਨਾਂ ਨੂੰ ਹੈਗਾ, ਉਹਨਾਂ ਨੂੰ ਬਿਲਕੁਲ ਬਹੁਤ ਕਲੀਅਰਲੀ ਇਸ ਚੀਜ਼ ਦਾ ਪਤਾ ਵੀ ਜਿਹੜੀ ਐਲਬਲਾਈ ਇੱਕ ਸਾਈਟ ਆਫ ਐਕਸਚੇਂਜ ਆਫ ਗੈਸਿਸ। ਕਿਉਂ ਕਰਕੇ ਐਲਬਲਾਈ ਦੇ ਅੰਦਰ ਜਿਹੜੀ ਐਲਬਲਾਈ ਸਪੇਸ ਹੈ ਬੈਲੂਨ ਲਾਈਕ ਸਟਰਕਚਰ ਹੁੰਦਾ, ਤੁਸੀਂ ਗੂਗਲ ਕਰਕੇ ਦੇਖਿਓ, ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਦੱਸਣਗੇ। ਉਹ ਬੈਲੂਨ ਲਾਈਕ ਸਟਰਕਚਰ ਹੈ, ਵਿੱਚ ਉਰੇ ਸਪੇਸ ਹੈ, ਉਰੇ ਹਵਾ ਹੈ ਜਿਹੜੀ ਅਸੀਂ ਖਿੱਚੀ ਹੈ। ਇਕੱਲੀ ਇੱਕ ਐਲਬਲਾਈ ਨਹੀਂ ਹੁੰਦੀ, ਕਰੋੜਾਂ ਐਲਬਲਾਈ ਨੇ ਸਾਡੇ ਲੰਗਸ ਦੇ ਵਿੱਚ, ਜਿੰਨੇ ਬ੍ਰੈਂਕਿਊਲ ਉਹਨਾਂ ਦੇ ਐਂਡ ਦੇ ਵਿੱਚ ਐਲਬਲਾਈ। ਅਤੇ ਉਰੇ ਆਕਸੀਜਨ, ਉਰੇ ਜਿਹੜੀ ਹੈਗੀ ਹੈ ਉਹ ਉਰੇ ਜਿਹੜੀ ਹਵਾ ਹੈ ਉਹਦੇ ਵਿੱਚ ਆਕਸੀਜਨ ਜ਼ਿਆਦਾ ਹੈ, ਅਤੇ ਜਿਹੜਾ ਉਰੇ ਬਲੱਡ ਵੈਸਲਸ ਨੇ ਉਹਨਾਂ ਦੇ ਵਿੱਚ ਕਾਰਬਨ ਡਾਈਆਕਸਾਈਡ ਜ਼ਿਆਦਾ ਹੈ। ਤਾਂ ਕਾਰਬਨ ਡਾਈਆਕਸਾਈਡ ਹੈ ਉਹਦਾ ਪ੍ਰੈਸ਼ਰ ਉਰੇ ਜ਼ਿਆਦਾ ਹੈ, ਉਹ ਬਾਹਰ ਨਿਕਲਦੀ ਹੈ, ਇਹ ਉੱਦਾਂ ਹੀ ਡਿਫਿਊਜ਼ ਹੋ ਜਾਂਦੀ ਹੈ ਅੰਦਰ। ਕਿਉਂ ਕਰਕੇ ਅੰਦਰ ਇਹਦਾ ਪ੍ਰੈਸ਼ਰ ਘੱਟ ਹੈ, ਬਲੱਡ ਵੈਸਲਸ ਦੇ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੈ, ਬਾਹਰ ਜ਼ਿਆਦਾ ਹੈ ਤਾਂ ਵੱਧ ਤੋਂ ਅੰਦਰ ਜਾਂਦੀ ਹੈ ਇਹ। ਅਤੇ ਕਾਰਬਨ ਡਾਈਆਕਸਾਈਡ ਅੰਦਰ ਜ਼ਿਆਦਾ ਹੈ, ਬਾਹਰ ਘੱਟ ਹੈ, ਤਾਂ ਬਾਹਰ ਤੋਂ ਉਹ ਅੰਦਰ ਤੋਂ ਬਲੱਡ ਵੈਸਲਸ ਤੋਂ ਖੂਨ ਤੋਂ ਬਾਹਰ ਐਲਬੂਲਰ ਏਅਰ 'ਚ ਆਉਂਦੀ ਹੈ, ਠੀਕ ਹੈ। ਫਿਰ ਸਾਡੇ ਜਿਹੜੇ ਲੰਗਸ ਨੇ ਸਿकुड़ਦੇ ਨੇ ਅਤੇ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢ ਦਿੰਦੇ ਨੇ। ਇਹ ਤਾਂ ਹੋ ਗਿਆ ਐਕਸਚੇਂਜ ਆਫ ਗੈਸਿਸ। ਹੁਣ ਇਹ ਕਿਉਂ ਸਮਝਾਇਆ, ਇਹ ਕਿਉਂ ਦੱਸਿਆ? ਕਿਉਂ ਕਰਕੇ ਜਿਹੜਾ ਜਦ ਇਸ ਕਰੋਨਾ ਜਦ ਇਹ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ, ਇਹਦਾ ਨੰਬਰ ਬਹੁਤ ਜ਼ਿਆਦਾ ਵੱਧ ਗਿਆ ਤੁਹਾਡੀ ਬੋਡੀ 'ਚ, ਅਤੇ ਤੁਹਾਡੀ ਬੋਡੀ ਦੀ ਇਮਿਊਨਿਟੀ ਵੀਕ ਹੈ ਤਾਂ ਇਹ ਨਮੂਨੀਆ ਕਰਦਾ ਬੰਦੇ ਨੂੰ। ਉਹ ਲਾਸਟ ਸਟੇਜ ਹੋ ਜਾਂਦੀ ਹੈ, ਫਿਰ ਉਸ ਨੂੰ ਵੈਂਟੀਲੇਟਰ 'ਤੇ ਰੱਖਣਾ ਪੈਂਦਾ ਬੰਦੇ ਨੂੰ। ਨਮੂਨੀਆ ਕਿਵੇਂ ਕਰਦਾ ਇਹ? ਹੁਣ ਦਿਸ ਇਜ਼ ਐਲਬੂਲਾਈ, ਇਹ ਐਲਬੂਲਾਈ ਹੈ ਮੇਰੀ। ਇਹਨੇ ਕੀ ਕਰਨਾ ਹੈ, ਇਹਨੇ ਐਲਬੂਲਾਈ ਦੇ ਵਿੱਚ ਕਰੋਨਾ ਕਿਉਂ ਕਰਕੇ ਆਲਰੇਡੀ ਉਹਦਾ ਨੰਬਰ ਇਨਕਰੀਜ਼ ਕਰ ਚੁੱਕਿਆ, ਮਲਟੀਪਲਾਈ ਹੋ ਚੁੱਕਿਆ, ਤਾਂ ਜਿੰਨਾ ਉਹਦੇ ਜੇ ਉਰੇ ਸਮਝ ਲਓ ਫੋਰ ਐਗਜ਼ਾਮਪਲ ਉਰੇ ਲੱਖਾਂ ਹੀ ਉਹਦੇ ਵਾਇਰਸ ਜਿਹੜੇ ਹੈਗੇ ਨੇ ਉਹ ਇਹਦੇ ਐਲਬੂਲਾਈ ਦੇ ਸੈੱਲਸ ਦੇ ਵਿੱਚ ਵੜ ਜਾਂਦੇ ਨੇ। ਹੁਣ ਜਿਵੇਂ ਉਹਨਾਂ ਨੇ ਐਲਬੂਲਾਈ ਦੇ ਸੈੱਲ ਦੇ ਵਿੱਚ ਵੜਨਾ, ਤਾਂ ਜਿਹੜਾ ਐਲਬੂਲਾਈ ਦੇ ਸੈੱਲਸ ਨੇ ਨਾ ਉਹਨਾਂ ਦਾ ਵੀ ਇੱਕ ਮੈਕੈਨਿਜ਼ਮ ਹੁੰਦਾ। ਸਾਡੇ ਬੋਡੀ ਦੇ ਵਿੱਚ ਇਮਿਊਨਿਟੀ ਦੇ ਡਿਫਰੈਂਟ ਮੈਕੈਨਿਜ਼ਮਸ ਹੁੰਦੇ ਨੇ। ਹੁਣ ਉਰੇ ਕਿਹੜਾ ਮੈਕੈਨਿਜ਼ਮ ਅਡੋਪਟ ਹੁੰਦਾ, ਸੁਣਿਓ। ਹੁਣ ਜਿਵੇਂ ਉਹ ਸੈੱਲ ਦੇ ਵਿੱਚ ਵੜ ਗਏ ਤਾਂ ਸੈੱਲ ਜਦ ਦੇਖਦਾ ਹੈ ਵੀ ਮੇਰੇ ਅੰਦਰ ਫੋਰਨ ਪਾਰਟੀਕਲ ਆ ਚੁੱਕੇ ਆ ਤਾਂ ਉਹ ਸੈੱਲ ਆਪਦੇ ਆਪ ਨੂੰ ਡਿਸਟਰੋਏ ਕਰ ਦਿੰਦਾ ਹੈ। ਹੁਣ ਜਦੋਂ ਉਹਨੇ ਡਿਸਟਰੋਏ ਕਰ ਦੇਣਾ ਤਾਂ ਸੈੱਲ ਦੇ ਅੰਦਰ ਜਿਹੜਾ ਸੈਪ ਜਿਹੜਾ ਉਹਦੇ ਅੰਦਰ ਲਿਕੁਇਡ ਹੁੰਦਾ ਉਹ ਸਾਰਾ ਬਾਹਰ ਆ ਜਾਂਦਾ ਹੈ। ਤਾਂ ਐਲਬੂਲਾਈ ਹੈ। ਜੇ ਇਹਦੇ ਅੰਦਰ ਬਹੁਤ ਜ਼ਿਆਦਾ ਸੈੱਲਸ ਨੇ ਜਿਹੜੇ ਉਹਨਾਂ ਨੇ ਆਪਦੇ ਆਪ ਨੂੰ ਡਿਸਟਰੋਏ ਕਰਨਾ ਸਟਾਰਟ ਕਰਤਾ, ਕਿਉਂ ਕਰਕੇ ਵਾਇਰਸ ਦੀ ਇਨਫੈਕਸ਼ਨ ਹੋ ਗਈ। ਤਾਂ ਵਾਇਰਸ ਦੀ ਇਨਫੈਕਸ਼ਨ ਹੋ ਗਈ, ਜਿਵੇਂ ਵਾਇਰਸ ਦੀ ਇਨਫੈਕਸ਼ਨ ਹੈ ਤਾਂ ਸੈੱਲ ਕਹਿੰਦਾ ਵੀ ਮਲਟੀਪਲਾਈ ਨਹੀਂ ਕਰਨ ਦੂੰਗਾ, ਮੈਂ ਖਤਮ ਹੋ ਜਾਊਂਗਾ। ਤਾਂ ਉਸ ਸੈੱਲ ਆਪਦੇ ਆਪ ਨੂੰ ਖਤਮ ਕਰਤਾ, ਉਹਦਾ ਸੈੱਲ ਸਾਬ ਬਾਹਰ ਨਿਕਲ ਗਿਆ, ਲਿਕੁਇਡ ਬਾਹਰ ਨਿਕਲ ਗਿਆ। ਤਾਂ ਲਿਕੁਇਡ ਬਾਹਰ ਨਿਕਲਣ ਦੇ ਨਾਲ ਆ ਜਿਹੜੀ ਐਲਬੂਲਾਈ ਹੈ ਜਿੱਥੇ ਗੈਸਿਸ ਨੇ ਐਕਸਚੇਂਜ ਹੋਣਾ ਸੀ, ਇਹ ਐਲਬੂਲਾਈ ਉਸ ਸੈਪ ਦੇ ਨਾਲ ਭਰ ਗਈ, ਉਸ ਲਿਕੁਇਡ ਦੇ ਨਾਲ ਭਰ ਗਈ। ਐਲਬੂਲਾਈ 'ਚ ਪਾਣੀ ਆ ਗਿਆ, ਲਿਕੁਇਡ ਆ ਗਿਆ। ਹੁਣ ਗੈਸਿਸ ਐਕਸਚੇਂਜ ਕਿੱਦਾਂ ਹੋਣਗੀਆਂ? ਨਹੀਂ ਹੋਣਗੀਆਂ। ਜਿੰਨਾ ਜ਼ਿਆਦਾ ਲਿਕੁਇਡ ਵੱਧਦਾ ਜਾਊਗਾ ਗੈਸਿਸ ਐਕਸਚੇਂਜ ਨਹੀਂ ਹੋਣਗੀਆਂ, ਰੈਸਪੀਰੇਟਰੀ ਪ੍ਰੋਬਲਮ ਆਊਗੀ। ਫਿਰ ਉਸ ਇਨਸਾਨ ਨੂੰ ਕਿਉਂ ਕਰਕੇ ਸਾਹ ਨਹੀਂ ਲਿਆ ਜਾਂਦਾ ਹੈਗਾ, ਸੁੱਕੜਦਾ ਨਹੀਂ ਹੈਗਾ ਅੰਦਰੋਂ, ਧੱਕੇ ਦੇ ਨਾਲ ਸਾਹ ਦਿੱਤਾ ਜਾਂਦਾ ਹੈ। ਉਹਦੇ ਅੰਦਰ ਟਿਊਬਸ ਪਾ ਦਿੱਤੀਆਂ ਜਾਂਦੀਆਂ ਨੇ ਅਤੇ ਫਿਰ ਇੱਕ ਮਕੈਨੀਕਲ ਵੈਂਟੀਲੇਟਰ ਵੀ ਹੁੰਦਾ, ਪੰਪਿੰਗ ਵੈਂਟੀਲੇਟਰ ਵੀ ਹੁੰਦਾ, ਜਿਹਦੇ ਨਾਲ ਹਵਾ ਉਹਦੇ ਧੱਕੀ ਜਾਂਦੀ ਹੈ ਉਹਦੇ ਅੰਦਰ ਹਵਾ, ਵੀ ਉਹ ਸਾਹ ਲੈ ਸਕੇ। ਇਹ ਸਵੇਅਰ ਇਨਫੈਕਸ਼ਨ ਹੈ।
ਤਾਂ ਸਾਡੀ ਐਂਟੀਬਾਡੀਜ਼ ਦਾ ਬਹੁਤ ਵੱਡਾ ਰੋਲ ਹੈ, ਸਾਡੀ ਬਾਡੀ ਦੀ ਇਮਿਊਨਿਟੀਜ਼ ਦਾ ਬਹੁਤ ਵੱਡਾ ਰੋਲ ਹੈ ਇਸ ਇਨਫੈਕਸ਼ਨ ਨੂੰ ਰੋਕਣ ਲਈ। ਕੋਈ ਮੈਡੀਸਿਨ ਨਹੀਂ ਬਣੀ ਹੈਗੀ, ਕੋਈ ਵੈਕਸੀਨੇਸ਼ਨ ਨਹੀਂ ਬਣੀ ਹੈਗੀ, ਤੁਹਾਡੀ ਬਾਡੀ ਦੀ ਇਮਿਊਨਿਟੀ ਨੇ ਕੰਮ ਕਰਨਾ ਹੈ। ਤੁਹਾਡੇ ਜਿਹੜੇ ਵਾਈਟ ਬਲੱਡ ਸੈਲਸ ਨੇ, ਮਾਈਕਰੋਫੇਸਿਸ ਨੇ, ਉਹਨਾਂ ਨੇ ਕੰਮ ਕਰਨਾ ਕਿੱਦਾਂ ਇਸ ਇਨਫੈਕਸ਼ਨ ਨੂੰ ਖ਼ਤਮ ਕਰਨਾ ਹੈ। ਇੱਕ ਗੱਲ ਬਹੁਤ ਕਲੀਅਰ ਹੈ, ਮੇਰੀ ਪਿਛਲੇ ਹਫ਼ਤੇ ਕਿਸੇ ਡਾਕਟਰ ਨਾਲ ਗੱਲ ਹੋਈ, ਬਹੁਤ ਸੂਝਵਾਨ ਵਿਅਕਤੀ ਨੇ ਉਹ ਕਹਿੰਦੇ ਪਰਮ ਦਿਸ ਇਜ਼ ਨੋਟ ਅ ਡੈਡਲੀ ਵਾਇਰਸ। ਮੈਂ ਬੜਾ ਹੈਰਾਨ ਹੋਇਆ। ਮੈਂ ਕਿਹਾ ਸਰ ਸਾਰੇ ਪਾਸੇ ਕਰੋਨਾ ਹੋਈ ਹੋ ਰਹੀ ਆ, ਤੁਸੀਂ ਕਹਿੰਦੇ ਡੈਡਲੀ ਵਾਇਰਸ ਨਹੀਂ ਹੈਗਾ। ਅਸੀਂ ਘਰੇ ਬੈਠੇ ਹਾਂ, ਸਕੂਲ ਬੰਦ ਨੇ, ਬਾਜ਼ਾਰ ਬੰਦ ਨੇ, ਕਰਫਿਊ ਲੱਗੇ ਹੋਏ ਨੇ। ਕਹਿੰਦੇ ਪਰਮ ਜੇ ਤੁਸੀਂ ਡੈਥ ਰੇਟ ਦੇਖੋ ਦੈਟ ਇਜ਼ ਬਿਲੋ 3%। 100 ਦੇ ਵਿੱਚੋਂ ਜੇ 100 ਬੰਦਿਆਂ ਨੂੰ ਕਰੋਨਾ ਹੋਇਆ ਹੈ ਤਾਂ ਓਨਲੀ ਉਹਨਾਂ ਦੇ ਵਿੱਚੋਂ 3 ਬੰਦਿਆਂ ਦੀ ਜਾਂ 4 ਬੰਦਿਆਂ ਦੀ ਜਾਨ ਜਾਊਗੀ। ਸੋ ਇਟ ਇਜ਼ ਨੋਟ ਡੈਡਲੀ ਵਾਇਰਸ। 96, 95, 94 ਬੰਦੇ ਰਿਕਵਰ ਕਰਦੇ ਨੇ, ਬਚ ਜਾਂਦੇ ਨੇ। ਜੇ ਡੈਥ ਰੇਟ ਇੰਨਾ ਘੱਟ ਹੈ ਫਿਰ ਡਰ ਕਿਉਂ? ਡਰ ਤਾਂ ਹੈ ਕਿਉਂ ਕਰਕੇ ਤਾਂ ਇਨਫੈਕਸ਼ਨ ਰੇਟ ਬਹੁਤ ਜ਼ਿਆਦਾ ਹੈ। ਮੈਨੂੰ ਹੈ ਮੈਂ 4 ਬੰਦਿਆਂ ਨੂੰ ਇਨਫੈਕਟ ਕਰ ਸਕਦਾ, ਉਹ 4 ਬੰਦੇ ਅੱਗੇ 4-4 3-3 4-4 ਨੂੰ ਕਰ ਸਕਦੇ ਨੇ। ਇਨਫੈਕਸ਼ਨ ਰੇਟ ਬਹੁਤ ਜ਼ਿਆਦਾ ਹੈ, ਬਹੁਤ ਜਲਦੀ ਫੈਲਦਾ ਹੈ। ਡਰ ਇਸ ਚੀਜ਼ ਦਾ ਹੈ। ਅਤੇ ਹੁਣ ਤੁਹਾਨੂੰ ਪਤਾ ਤੁਸੀਂ ਇਸ ਨੂੰ ਕਿਵੇਂ ਫੈਲਣੋਂ ਰੋਕਣਾ ਹੈ, ਕਿਵੇਂ ਤੁਸੀਂ ਇਹਤਿਆਤ ਵਰਤਣੇ ਨੇ। ਤੁਹਾਨੂੰ ਲੱਗਦਾ ਹੈ ਕਿਸੇ ਬੰਦੇ ਨੂੰ ਬੁਖਾਰ ਹੈ ਕੰਟੀਨਿਊਸਲੀ, ਤੁਹਾਨੂੰ ਲੱਗਦਾ ਹੈ ਕਿ ਉਹਨੂੰ ਸਨੀਜ਼ਿੰਗ ਆ ਰਹੀ ਹੈ, ਉਹਨੂੰ ਕਫਿੰਗ ਆ ਰਹੀ ਹੈ, ਉਹਦਾ ਹੈਡੇਕ ਹੋ ਰਿਹਾ ਹੈ, ਉਹਨੂੰ ਵੋਮਟਿੰਗ ਆ ਰਹੀ ਹੈ, ਉਹਨੂੰ ਪੇਟ ਦੇ ਵਿੱਚ ਟਰਬਲ ਹੋ ਰਹੀ ਹੈ। ਸਿੰਪਟਮਸ ਨੇ, ਬਹੁਤ ਕਾਮਨ ਸਿੰਪਟਮਸ ਨੇ। ਤਾਂ ਤੁਹਾਨੂੰ ਉਸ ਚੀਜ਼ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਸਰਕਾਰ ਨੇ ਹੈਲਪਲਾਈਨ ਨੰਬਰਸ ਦਿੱਤੇ ਨੇ, ਪੁਲਿਸ ਡਿਪਾਰਟਮੈਂਟ ਤੁਹਾਡੀ ਹੈਲਪ 'ਚ ਲੱਗਿਆ ਹੋਇਆ, ਮੈਡੀਕਲ ਡਿਪਾਰਟਮੈਂਟ ਤੁਹਾਡੀ ਹੈਲਪ 'ਚ ਲੱਗਿਆ ਹੋਇਆ, ਈਵਨ ਕਿ ਟੀਚਰਸ ਨੇ, ਉਹਨਾਂ ਦੀਆਂ ਡਿਊਟੀਆਂ ਵੀ ਤੁਹਾਡੇ ਲਈ ਲਾਈਆਂ ਗਈਆਂ ਨੇ, ਆਮ ਪਬਲਿਕ ਲਈ ਲਾਈਆਂ ਗਈਆਂ ਨੇ। ਤਾਂ ਪਲੀਜ਼ ਤੁਸੀਂ ਕੋਆਪਰੇਟ ਕਰੋ, ਗਵਰਨਮੈਂਟ ਨਾਲ ਕੋਆਪਰੇਟ ਕਰੋ। ਤੁਸੀਂ ਕਿਸੇ ਲਈ ਨਹੀਂ ਕਰਨਾ, ਤੁਸੀਂ ਆਪਦੇ ਆਪ ਲਈ ਕਰਨਾ, ਤੁਸੀਂ ਆਪਦੀ ਫੈਮਿਲੀ ਲਈ ਕਰਨਾ ਹੈ। ਅਤੇ ਇੱਕ ਹੋਰ ਵੱਡੀ ਗੱਲ ਹੈ, ਸਾਨੂੰ ਕੀ ਮੋਰਲ ਪ੍ਰਿੰਸੀਪਲਸ ਹੁੰਦੇ ਨੇ, ਉਹਨਾਂ ਨੂੰ ਅੱਗੇ ਰੱਖ ਕੇ ਚੱਲਣਾ ਚਾਹੀਦਾ ਹੈ। ਕਦੇ ਵੀ ਇਹਦੇ ਬਾਰੇ ਅਫਵਾਹ ਨਾ ਉਠਾਓ, ਕਿਉਂ ਕਰਕੇ ਤੁਹਾਡੀ ਉਡਾਈ ਹੋਈ ਅਫਵਾਹ ਉਹ ਪਤਾ ਨਹੀਂ ਕਿੱਥੇ ਕਿੱਥੇ ਅੱਗ ਲੱਗ ਸਕਦੀ ਹੈ। ਅਫਵਾਹ ਨਾ ਉਡਾਓ ਬਿਲਕੁਲ ਵੀ। ਸਹੀ ਇਨਫੋਰਮੇਸ਼ਨ ਦੇਵੋ, ਸਹੀ ਪ੍ਰੀਕੋਸ਼ਨ ਮੇਜਰਸ ਲਵੋ। ਲੋਕਾਂ 'ਚ ਅਗਰ ਤੁਹਾਨੂੰ ਇਸ ਚੀਜ਼ ਬਾਰੇ ਪਤਾ, ਲੋਕਾਂ 'ਚ ਚੇਤਨਾ ਪੈਦਾ ਕਰੋ। ਉਹਨਾਂ ਨੂੰ ਪੈਨਿਕ ਨਾ ਹੋਣ ਦੇਵੋ, ਪ੍ਰੋਪਰ ਸਮਝਾਓ। ਜੇ ਤੁਸੀਂ ਇਹ ਕਹਿੰਦੇ ਹੋ ਨਾ ਲੈ ਕੋਈ ਕਰੋਨਾ ਸਾਨੂੰ ਨਹੀਂ ਹੋਣ ਲੱਗਿਆ, ਤਾਂ ਪਤਾ ਨਹੀਂ ਕਿੰਨੇ ਲੋਕ ਇਹ ਕਹਿੰਦੇ ਹੋਣਗੇ ਜਿਹੜੇ ਹਸਪਤਾਲਾਂ 'ਚੋਂ ਜਾ ਕੇ ਵਾਪਸ ਆਏ ਨੇ। ਡੋਂਟ ਟੇਕ ਥੀਸ ਥਿੰਗਸ ਫॉर ਗ੍ਰਾਂਟਡ। ਮੈਂ ਆਪਦੀ ਕੰਨੀ ਕਈ ਲੋਕਾਂ ਤੋਂ ਸੁਣਿਆ ਕਿ ਕਰੋਨਾ ਨਹੀਂ, ਇਹਨੂੰ ਇੰਨਾ ਬਿਲਕੁਲ ਵੀ ਈਜ਼ੀ ਨਾ ਲਵੋ। ਇਨ ਕੇਸ ਇੱਕ ਬੰਦੇ ਨੂੰ ਹੋ ਜਾਂਦਾ, ਉਹ ਕਿੰਨਿਆਂ ਨੂੰ ਇਫੈਕਟ ਕਰਦਾ ਹੈ। ਤਾਂ ਇਹ ਚੀਜ਼ ਹੈ ਜਿਹੜੀ ਸਮਝਣੇ ਵਾਲੀ ਹੈ। ਅਤੇ ਬਹੁਤ ਹੀ ਸਦਭਾਵਨਾ ਨਾਲ, ਸਿੰਪਥੀ ਨਾਲ ਅਤੇ ਚੰਗੇ ਬਿਹੇਵੀਅਰ ਨਾਲ ਅਸੀਂ ਉਹਨਾਂ ਲੋਕਾਂ ਨੂੰ ਵਰਤਣਾ, ਉਹਨਾਂ ਲੋਕਾਂ ਨਾਲ ਵਰਤਣਾ ਜਿਨ੍ਹਾਂ ਨੂੰ ਇਨ ਕੇਸ ਕਦੇ ਇਹ ਮਹਾਂਮਾਰੀ ਦਾ ਜਿਹੜੇ ਸ਼ਿਕਾਰ ਵੀ ਹੋਏ ਨੇ ਕਦੇ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਪਰਮਾਤਮਾ ਪਰਵਤਕਾਰ ਅੱਗੇ ਅਸੀਂ ਅਰਦਾਸ ਕਰਨੀ ਹੈ ਵੀ ਬਹੁਤ ਮਾੜਾ ਟਾਈਮ ਆਇਆ ਹੋਇਆ, ਸਾਰੀਆਂ ਚੀਜ਼ਾਂ, ਜ਼ਿੰਦਗੀ ਰੁਕ ਗਈ, ਲੋਕਾਂ ਦੇ ਕੰਮਕਾਰ ਠੱਪ ਹੋ ਗਏ, ਕਿ ਉਹਨਾਂ ਨੇ ਹੀ ਨਿਜਾਤ ਸਾਨੂੰ ਦਿਵਾਉਣੀ ਹੈ। ਅਤੇ ਇਸ ਤੋਂ ਸਬਕ ਵੀ ਲੈਣਾ ਹੈ, ਇਸ ਚੀਜ਼ ਤੋਂ ਸਬਕ ਵੀ ਲੈਣਾ ਹੈ। ਤਾਂ ਮੇਰੇ ਇਹ ਜਿਹੜਾ ਅੱਜ ਸਮਰ ਕੈਂਪ ਦੇ ਵਿੱਚ ਕਰੋਨਾ ਬਾਰੇ ਇਨਫੋਰਮੇਸ਼ਨ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ, ਇਹ ਕਿੱਥੋਂ ਪੈਦਾ ਹੋਇਆ, ਕਿਹੜਾ ਇਹਦਾ ਓਰੀਜਨ ਸੀ, ਕਿੱਦਾਂ ਕੰਟਰੋਵਰਸੀਜ਼ ਚੱਲੀਆਂ। ਦੂਜੇ ਨੰਬਰ 'ਤੇ ਇਹ ਕਿੱਦਾਂ ਸਾਡੀ ਬਾਡੀ ਦੇ ਵਿੱਚ ਐਂਟਰ ਕਰਦਾ ਹੈ। ਤੀਜੇ ਨੰਬਰ 'ਤੇ ਸਾਡੀ ਬਾਡੀ 'ਚ ਐਂਟਰ ਕਰਨ ਤੋਂ ਬਾਅਦ ਸਾਨੂੰ ਕਿੱਦਾਂ ਵੈਂਟੀਲੇਟਰ ਤੱਕ ਪਹੁੰਚਾ ਦਿੰਦਾ ਹੈ। ਮੈਂ ਕਈ ਲੋਕ ਦੇਖੇ ਨੇ, ਕਈ ਖਬਰਾਂ ਪੜ੍ਹੀਆਂ ਨੇ ਕਿ ਜਿਨ੍ਹਾਂ ਦੇ ਬਜ਼ੁਰਗਾਂ ਨੂੰ ਕਰੋਨਾ ਹੋਇਆ ਅਤੇ ਚਲੋ ਡੈਥ ਹੋ ਗਈ, ਤਾਂ ਉਹਨਾਂ ਦੇ ਬੱਚਿਆਂ ਨੇ ਬਾਡੀ ਲੈਣ ਤੋਂ ਇਨਕਾਰ ਕਰਤਾ। ਤਾਂ ਇੱਦਾਂ ਦੀਆਂ ਖਬਰਾਂ ਜਦ ਦੇਖਦੇ ਹਾਂ ਤਾਂ ਕਹਿਣ ਦਾ ਮਤਲਬ ਕਿ ਉਹ ਜਿਹੜੇ ਰਿਲੇਸ਼ਨਸ਼ਿਪਸ ਨੇ ਉਹ ਦੇਖੋ
ਇੱਦਾਂ ਵੀ ਕੁਛ ਨਹੀਂ ਕਹਿੰਦਾ ਕਰੋਨਾ ਤੁਹਾਨੂੰ, ਇੱਦਾਂ ਵੀ ਉਹ ਕੁਛ ਨਹੀਂ ਕਹਿੰਦਾ ਹੈਗਾ ਤੁਹਾਨੂੰ। ਚਲੋ ਆਪਾਂ ਨੇ ਤਾਂ ਇਹੀ ਗੱਲ ਕਰਨੀ ਹੈ, ਤੁਹਾਨੂੰ ਮੋਡ ਆਫ ਟਰਾਂਸਮਿਸ਼ਨ ਵੀ ਪਤਾ ਲੱਗ ਗਿਆ, ਤੁਹਾਨੂੰ ਇਹ ਵੀ ਪਤਾ ਲੱਗਿਆ ਤੁਹਾਡੀ ਬੋਡੀ ਦੇ ਅੰਦਰ ਇਹ ਕਿੱਦਾਂ ਆ ਕੇ ਕਿਹੜੇ ਔਰਗਨਸ ਨੂੰ ਖਰਾਬ ਕਰਦਾ ਹੈ। ਤਾਂ ਬੱਚਿਓ, ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਵੀ ਅਗਰ ਅਵੇਅਰਨੈਸ ਫੈਲਾਉਣੀ ਹੈ ਤਾਂ ਬੱਚਿਆਂ ਦੇ ਥਰੂ ਫੈਲਾਓ, ਕਿਉਂਕਿ ਜਿਹੜੇ ਬੱਚੇ ਨੇ ਉਹ ਬੈਸਟ ਮੈਸੇਂਜਰਸ ਹੁੰਦੇ ਨੇ। ਅਗਰ ਤੁਹਾਨੂੰ ਇਹ ਗੱਲਾਂ ਸਮਝ ਆਉਂਦੀਆਂ ਨੇ, ਤੁਸੀਂ ਆਪਣੇ ਘਰਦਿਆਂ ਨੂੰ ਸਮਝਾਓ, ਗੁਆਂਢੀਆਂ ਨੂੰ ਸਮਝਾਓ, ਰਿਸ਼ਤੇਦਾਰਾਂ ਨੂੰ ਸਮਝਾਓ। ਬਹੁਤ ਜ਼ਰੂਰੀ ਹੈ। ਜਿਹੜਾ ਇਹ ਟਾਈਮ ਹੈ ਸਾਡੇ ਸਾਰਿਆਂ 'ਤੇ ਹੈ, ਅਤੇ ਅਗਰ ਅਸੀਂ ਇਹਤਿਆਤ ਵਰਤਾਂਗੇ, ਪ੍ਰੀਕਾਸ਼ਨਸ ਵਰਤਾਂਗੇ ਤਾਂ ਅਸੀਂ ਖੁਦ ਵੀ ਪ੍ਰੋਟੈਕਟ ਹੋਵਾਂਗੇ ਅਤੇ ਆਪਦੇ ਕੋਲੀਗਸ ਨੇ, ਆਪਦੇ ਰਿਸ਼ਤੇਦਾਰ ਨੇ, ਆਪਦੇ ਫੈਮਿਲੀ ਨੂੰ ਵੀ ਪ੍ਰੋਟੈਕਟ ਕਰਾਂਗੇ। ਤਾਂ ਇੰਨੀ ਗੱਲ ਕਹਿੰਦਾ ਹੋਇਆ ਮੈਂ ਆਪਣੀ ਜਿਹੜੀ ਵੀਡੀਓ ਖ਼ਤਮ ਕਰਦਾ। ਤਾਂ ਹੋਪ ਅਤੇ ਕੁਛ ਨਹੀਂ ਸਮਝ ਜਾਂ ਕੁਛ ਵਾਧਾ ਘਾਟਾ ਕਿਵੇਂ ਵੀ ਹੋਗਾ ਹੋ ਸਕਦਾ, ਕਿਉਂ ਕਰਕੇ ਮੈਂ ਕੋਈ ਇਸ 'ਤੇ ਰਿਸਰਚ ਨਹੀਂ ਕੀਤੀ। ਮੈਂ ਵੀ ਸਿੰਪਲ ਥੋੜ੍ਹਾ ਜਿਹਾ 2-3 ਦਿਨ ਇਹਨੂੰ ਡਿਟੇਲ 'ਚ 1-2 ਆਰਟੀਕਲਸ ਪੜ੍ਹੇ, ਹੈ ਨਾ, ਸਾਈਟਸ ਚੈੱਕ ਕੀਤੀਆਂ, ਵੀਡੀਓਜ਼ ਚੈੱਕ ਕੀਤੀਆਂ, ਤਾਂ ਉਹਨਾਂ ਤੋਂ ਹੀ ਜਿਹੜੀ ਇਨਫੋਰਮੇਸ਼ਨ ਮੈਂ ਲਈ ਹੈ। ਮੇਰਾ ਆਪਦੇ ਵਿੱਚ ਇਹਦੇ ਵਿੱਚ ਕੋਈ ਰਿਸਰਚ ਵਾਲੀ ਗੱਲ ਨਹੀਂ ਹੈਗੀ। ਤਾਂ ਅਗਰ ਤੁਹਾਨੂੰ ਇਸ 'ਚ ਕੁਛ ਲੱਗਦਾ ਕੁਛ ਗਲਤ ਹੋਵੇ ਜਾਂ ਕੁਛ ਹੋਰ ਹੋਵੇ ਤਾਂ ਉਹਦੇ ਲਈ ਇਹ ਠੀਕ ਹੈ। ਮੈਂ ਤਾਂ ਜਿੰਨਾ ਕੁ ਸਮਝ ਸਕਿਆ ਸੀ ਉਸ ਦੇ ਹਿਸਾਬ ਨਾਲ ਹੀ ਮੈਂ ਇਹ ਵੀਡੀਓ ਬਣਾਈ ਹੈ। ਚਲੋ ਧੰਨਵਾਦ, ਥੈਂਕਸ ਅ ਲੋਟ ਪ੍ਰਿੰਸੀਪਲ ਸਰ ਦਾ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਇਸ ਕੋਵਿਡ-19 'ਤੇ ਬੋਲਣ ਦੇ। ਥੈਂਕਸ ਅ ਲੋਟ।